ਜੇ ਕਿਸੇ ਦੇ 2 ਨਿਆਣੇ ਆ ਜਾਂ 1 ਨਿਆਣੇ ਜਾਂ ਕਈਆਂ ਦੇ 3 ਵੀ ਨੇ ਹਨਾ, ਵੀ ਉਹ ਸਵੇਰੇ ਉੱਠਦੇ ਨੇ, ਉਹਨਾਂ ਨੂੰ ਸਕੂਲ ਲਈ ਤਿਆਰ ਕਰਦੇ ਨੇ, ਕਿੰਨੀ ਭੱਜ ਦੌੜ ਹੁੰਦੀ ਆ ਉਸ ਸਮੇਂ 'ਚ, ਮਤਲਬ ਉਸ 1-1.5 ਘੰਟੇ 'ਚ ਨਾ। ਤੇ ਉਹ ਮੈਨੂੰ ਲੱਗਦਾ ਕਿ ਉਹ ਨਾ ਹੁਣ ਪਤਾ ਲੱਗਿਆ ਵੀ ਉਹ ਸੌਖੀ ਸੀਗੀ। ਜਦੋਂ ਨਿਆਣੇ ਵੱਡੇ ਹੋ ਗਏ ਤੇ ਤੁਹਾਡੀ ਮਾਨਸਿਕ ਜ਼ਿੰਮੇਵਾਰੀ ਜ਼ਿਆਦਾ ਵੱਧ ਗਈ। ਕਈ ਵਾਰੀ ਆਪਣਾ ਬਚਪਨ ਯਾਦ ਆਉਣ ਲੱਗ ਜਾਂਦਾ ਹੈ ਕਿ ਕਦੇ-ਕਦੇ ਲੱਗਦਾ ਹੁੰਦਾ ਸੀਗਾ ਕਿ ਸਾਨੂੰ ਇਸ ਚੀਜ਼ ਲਈ ਤਾਂ ਐਵੇਂ ਝਿੜਕਤਾ ਹਨਾ, ਇੱਥੇ ਸਾਡੀ ਗੱਲ ਸੁਣੀ ਜਾਣੀ ਚਾਹੀਦੀ ਸੀਗੀ। ਤੁਸੀਂ ਫੋਨ ਚੱਕਿਆ, ਅੱਗੋਂ ਕੋਈ ਨਹੀਂ ਬੋਲਿਆ ਹੈਗਾ ਤੇ ਤੁਹਾਨੂੰ ਉੱਥੇ ਡਰ ਲੱਗਣ ਲੱਗ ਜਾਂਦਾ, ਭਾਵੇਂ ਉਹ ਇੱਕ ਟੈਕਨੀਕਲ ਇਸ਼ੂ ਕਰਕੇ ਪਿੱਛੋਂ ਆਵਾਜ਼ ਨਹੀਂ ਆ ਰਹੀ ਸੀ ਕਿਸੇ ਦੀ, ਤੁਹਾਨੂੰ ਇਹ ਲੱਗਣ ਲੱਗ ਜਾਂਦਾ ਕਿ ਘਰਦਿਆਂ ਨੂੰ ਕਿਤੇ ਇਹ ਨਾ ਲੱਗੇ ਕਿ ਇਹ ਫੋਨ ਇਹਦੇ ਲਈ ਆਇਆ। ਇੱਕ ਉਮਰ ਤੋਂ ਬਾਅਦ ਜਾ ਕੇ ਉਹਨੂੰ ਇੱਕ ਆਪੋਜ਼ਿਟ ਜੈਂਡਰ ਦੇ ਨਾਲ ਅਟਰੈਕਸ਼ਨ ਫੀਲ ਹੋਊਗੀ। ਇਹ ਵੀ ਚੀਜ਼ ਮਾਂ-ਬਾਪ ਤੇ ਬੱਚੇ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ ਇਸ ਚੀਜ਼ ਤੇ ਵੀ। ਹੁਣ ਤੁਸੀਂ ਇਸ ਉਮਰ 'ਚੋਂ, ਹੁਣ ਤੈਨੂੰ ਆਹ ਚੀਜ਼ ਚੰਗੀ ਲੱਗ ਸਕਦੀ ਆ। ਜਿਹੜੇ ਨਿਆਣੇ ਨਾਲ ਮਾਂ ਖੁੱਲ੍ਹ ਕੇ ਨਹੀਂ ਗੱਲ ਕਰ ਰਹੀ ਜਾਂ ਪਿਓ ਖੁੱਲ੍ਹ ਕੇ ਨਹੀਂ ਗੱਲ ਕਰ ਰਿਹਾ, ਉਹਦੇ ਨਾਲ ਬਾਹਰਲਾ ਕੋਈ ਇੱਕ ਬੰਦਾ ਪੱਕਾ ਖੁੱਲ੍ਹ ਕੇ ਗੱਲ ਕਰ ਰਿਹਾ। ਹਰ ਮਾਂ-ਬਾਪ ਨੂੰ, ਮਾਂ ਨੂੰ ਆਪਦੇ ਦੋਵੇਂ ਮੁੰਡਾ ਤੇ ਕੁੜੀ, ਪਿਓ ਨੂੰ ਵੀ ਆਪਦੇ ਮੁੰਡਾ ਤੇ ਕੁੜੀ ਦੋਵਾਂ ਦੇ ਨਾਲ ਹੀ ਉਵੇਂ ਦੀ ਗੱਲ ਕਰਨੀ ਚਾਹੀਦੀ ਹੈ ਜਿਹੋ ਜਿਹੀ ਉਹਨਾਂ ਦੀ ਉਮਰ ਆ। 18 ਤੋਂ 25 ਸਾਲ ਦੀ ਏਜ 'ਚ ਬੱਚਿਆਂ ਦੇ ਕਿਵੇਂ ਦੇ ਇੱਕ ਦੂਜੇ ਨਾਲ ਰਿਲੇਸ਼ਨ ਨੇ, ਤੁਸੀਂ ਇਮੇਜਿਨ ਨਹੀਂ ਕਰ ਸਕਦੇ। ਉਹ ਕਹਿੰਦੇ ਕਿ ਮੈਨੂੰ ਇਸ ਪ੍ਰੋਫੈਸ਼ਨ 'ਚ ਆ ਕੇ ਇਹ ਚੀਜ਼, ਮਤਲਬ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਬੱਚੇ ਕਿੰਨੀਆਂ ਪ੍ਰੋਬਲਮ 'ਚ ਨੇ। ਇਹ ਵੀ ਨਾ ਹੋਵੇ ਕਿ ਤੁਸੀਂ ਨਿਆਣਿਆਂ ਤੇ ਯਕੀਨ ਹੀ ਨਹੀਂ ਕਰ ਰਹੇ, ਉਹਨਾਂ ਨੂੰ ਸਮਝ ਹੀ ਨਹੀਂ ਰਹੇ। ਇਹ ਵੀ ਨਹੀਂ ਹੈਗਾ ਕਿ ਤੁਸੀਂ ਯਕੀਨ ਅੰਨਾ ਯਕੀਨ ਕਰੀ ਜਾਓ ਵੀ ਨਿਆਣੇ ਉਹਦਾ ਫਾਇਦਾ ਲੈ ਕੇ ਬਹੁਤ ਸਾਰੀਆਂ ਗਲਤੀਆਂ ਕਰ ਰਹੇ ਨੇ। ਜੇ ਤੁਸੀਂ ਨਿਆਣੇ ਨੂੰ ਇਹ ਚੀਜ਼ ਨਹੀਂ ਸਿਖਾਓਗੇ ਕਿ ਸਾਡੀ ਹੈਸੀਅਤ ਕੀ ਆ, ਮੈਨੂੰ ਲੱਗਦਾ ਤੁਹਾਡਾ ਨਿਆਣਾ ਕਦੀ ਜ਼ਿੰਦਗੀ 'ਚ ਪੈਸੇ ਨੂੰ ਲੈ ਕੇ ਕਾਮਯਾਬ ਨਹੀਂ ਹੁੰਦਾ ਹਨਾ। ਇਹ ਕਿਹਾ ਜਾਂਦਾ ਹੁੰਦਾ ਸੀ ਸਾਡੇ ਫਾਦਰ ਵੱਲੋਂ, ਜੋ ਮਰਜ਼ੀ ਕੱਪੜਾ ਪਾਓ, ਜੋ ਮਰਜ਼ੀ ਖਾਓ ਪੀਓ, ਪਰ ਜਿੱਥੇ ਤੁਸੀਂ ਖੜੇ ਹੋ ਤੁਸੀਂ ਇਕੱਲੇ ਨਹੀਂ ਖੜੇ, ਤੁਹਾਡਾ ਦਾਦਾ ਵੀ ਤੁਹਾਡੇ ਨਾਲ ਖੜਾ, ਤੁਹਾਡਾ ਪਿਓ ਵੀ ਤੁਹਾਡੇ ਨਾਲ ਖੜਾ ਤੇ ਤੁਹਾਡਾ ਭਰਾ ਵੀ ਤੁਹਾਡੇ ਨਾਲ ਖੜਾ। ਮੈਨੂੰ ਲੱਗਦਾ ਕਿ ਨਿਆਣਿਆਂ ਦੇ ਮਨ 'ਚ ਨਾ ਮਾਂ ਤੇ ਪਿਓ ਦੀ ਇੱਜ਼ਤ ਬਰਾਬਰ ਹੋਣੀ ਚਾਹੀਦੀ ਹੈ, ਇੱਕੋ ਹੋਣੀ ਚਾਹੀਦੀ ਹੈ। ਬਿਲਕੁਲ। ਜਿੱਥੇ ਨਿਆਣੇ ਨੂੰ ਪਤਾ ਲੱਗ ਜਾਂਦਾ ਕਿ ਮਾਂ ਪਿਓ ਆਪਸ ਵਿੱਚ ਇੱਕ ਦੂਜੇ ਨੂੰ ਇੱਜ਼ਤ ਨਹੀਂ ਕਰਦੇ, ਨਿਆਣੇ ਤੁਹਾਨੂੰ ਆਪਦੇ ਫੈਸਲਿਆਂ 'ਚ ਸ਼ਾਮਿਲ ਨਹੀਂ ਕਰਦੇ। ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਦਾ ਇੱਕ ਨਵਾਂ ਐਪੀਸੋਡ ਤੁਸੀਂ ਦੇਖਣ ਜਾ ਰਹੇ ਹੋ। ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹੋਣਗੇ ਤੇ ਅੱਜ ਅਸੀਂ ਜਿਸ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਮੈਨੂੰ ਲੱਗਦਾ ਕਿ ਹਰ ਘਰ ਦਾ, ਹਰ ਮਾਂ-ਬਾਪ ਦਾ ਅਤੇ ਹਰ ਬੱਚੇ ਦੇ ਲਈ ਲੋੜੀਂਦਾ ਵਿਸ਼ਾ। ਆਪਾਂ ਅਕਸਰ ਗੱਲਬਾਤ ਕਰਦੇ ਹੁੰਦੇ ਹਾਂ ਕਿ ਜਦੋਂ ਨਿਆਣੇ ਵੱਡੇ ਹੋ ਰਹੇ ਹੁੰਦੇ ਨੇ, ਜਦੋਂ ਛੋਟੇ ਹੁੰਦੇ ਨੇ, ਆਪਾਂ ਨੂੰ ਹੁੰਦਾ ਕਿ ਛੇਤੀ ਵੱਡੇ ਹੋਣ, ਸਾਡੀ ਜ਼ਿੰਮੇਵਾਰੀ ਘਟੇ। ਤੇ ਪਰ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਜਾਂਦੇ ਨੇ, ਜ਼ਿੰਮੇਵਾਰੀਆਂ ਘਟਦੀਆਂ ਨੇ, ਹੋਰ ਵੱਡੀਆਂ ਹੁੰਦੀਆਂ ਜਾਂਦੀਆਂ ਨੇ ਤੇ ਸਾਡਾ ਧਿਆਨ ਨਿਆਣੇ ਪਹਿਲਾਂ ਨਾਲੋਂ ਵੀ ਜ਼ਿਆਦਾ ਮੰਗਣ ਲੱਗ ਜਾਂਦੇ ਨੇ। ਤੇ ਉੱਥੇ ਨਾਲ ਦੀ ਨਾਲ ਬੱਚਿਆਂ 'ਚ ਵੀ ਇਹ ਚੀਜ਼ ਆਉਣ ਲੱਗ ਜਾਂਦੀ ਹੈ ਕਿ ਉਹ ਕੁਝ ਗੱਲਾਂ ਆਪਣੇ ਮਾਂ-ਬਾਪ ਨਾਲ ਸਾਂਝੀਆਂ ਕਰਨਾ ਚਾਹੁੰਦੇ ਨੇ ਜਾਂ ਉਹ ਇਹ ਐਕਸਪੈਕਟ ਕਰਦੇ ਨੇ ਕਿ ਉਹਨਾਂ ਦੇ ਮਾਂ-ਬਾਪ ਉਹਨਾਂ ਨੂੰ ਇਸ ਵਿਸ਼ੇ ਦੇ ਉੱਪਰ ਕੁਝ ਕਹਿਣ ਜਾਂ ਇਸ ਵਿਸ਼ੇ ਦੇ ਉੱਪਰ ਉਹਨਾਂ ਦੇ ਨਾਲ ਕੁਝ ਸਾਂਝਾ ਕਰਨ, ਜਾਂ ਉਹਨਾਂ ਦੀ ਜੋ ਸਰੀਰਕ ਜਾਂ ਮਾਨਸਿਕ ਬਦਲਾਅ ਆ ਰਹੇ ਹੁੰਦੇ ਨੇ ਇੱਕ ਉਮਰ ਤੋਂ ਬਾਅਦ ਜਾ ਕੇ, ਉਹਨਾਂ ਦੇ ਉੱਪਰ ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਥੋੜ੍ਹਾ ਜਿਹਾ ਸਹਿਜ ਮਹਿਸੂਸ ਕਰਵਾਉਣ। ਤੇ ਅੱਜ ਇਸੇ ਹੀ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਕਿ ਖਾਸ ਤੌਰ ਤੇ ਜਿਹੜੀ 15 ਤੋਂ 22 ਸਾਲ ਦੀ ਉਮਰ ਹੁੰਦੀ ਆ, ਉਦੋਂ ਨਿਆਣਿਆਂ ਦੇ ਇੰਟਰਸਟ ਡਿਵੈਲਪ ਹੋਣੇ ਸ਼ੁਰੂ ਹੁੰਦੇ ਨੇ, ਉਹਨਾਂ ਦੇ ਕੁਝ ਨਵੇਂ ਰੁਝਾਨ ਬਣਦੇ ਨੇ, ਉਹਨਾਂ 'ਚ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਬਦੀਲੀਆਂ ਆਉਂਦੀਆਂ ਨੇ। ਤਾਂ ਉਦੋਂ ਬੱਚਿਆਂ ਨੂੰ ਆਪਣੇ ਮਾਂ-ਬਾਪ ਨਾਲ ਅਤੇ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਨਾਲ ਕਿਹੋ ਜਿਹੀ ਅਤੇ ਕਿਹੜੇ-ਕਿਹੜੇ ਵਿਸ਼ਿਆਂ ਦੇ ਉੱਪਰ ਖੁੱਲ੍ਹ ਕੇ ਗੱਲਬਾਤ ਕਰ ਲੈਣੀ ਚਾਹੀਦੀ ਹੈ। ਸੋ ਅੱਜ ਇਸੇ ਹੀ ਵਿਸ਼ੇ 'ਤੇ ਅਸੀਂ ਗੱਲ 'ਚ ਵੀ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਗੁਰਦੀਪ। ਕੀ ਹਾਲ ਚਾਲ? ਵਧੀਆ, ਠੀਕ ਠਾਕ। ਤੇ ਕੱਲ੍ਹ ਹੀ ਨਾ ਅਸੀਂ ਸ਼ਾਮ ਨੂੰ ਕਿਸੇ ਦੇ ਬੱਚੇ ਦੀ ਗੱਲਬਾਤ ਕਰ ਰਹੇ ਸੀਗੇ। ਕਿਸੇ ਦਾ ਬੱਚਾ ਇੱਥੇ ਪੜ੍ਹਨ ਆਇਆ ਹੋਇਆ ਤੇ ਕੋਈ ਮਾੜੀ ਮੋਟੀ ਉਹਨਾਂ ਦੀ ਗੱਲ ਸੁਣਨ ਨੂੰ ਮਿਲੀ ਹੈ ਨਾ। ਤੇ ਮੈਂ ਸੁਨਪ੍ਰੀਤ ਨੂੰ ਕਹਿ ਰਹੀ ਸੀ, ਮੈਂ ਕਿਹਾ ਵੀ ਜਦੋਂ ਨਿਆਣੇ ਛੋਟੇ ਹੁੰਦੇ ਨੇ, ਵੀ ਮੈਂ ਤੇ ਰੁਪਿੰਦਰ ਭੈਣ ਅਕਸਰ ਇਸ ਚੀਜ਼ ਤੇ ਗੱਲ ਕਰਦੇ ਹਾਂ ਵੀ ਜਦੋਂ ਨਿਆਣੇ ਛੋਟੇ ਹੁੰਦੇ ਆਪਾਂ ਨੂੰ ਹੁੰਦਾ ਵੀ ਚੱਲ ਥੋੜ੍ਹੀ ਜਿਹੀ ਵੱਡੀ ਹੋਊਗੀ, ਆਪਾਂ ਥੋੜ੍ਹੇ ਫ੍ਰੀ ਹੋ ਜਾਵਾਂਗੇ। ਪਰ ਮੈਨੂੰ ਲੱਗਿਆ, ਮੈਂ ਕਿਹਾ ਵੀ ਰੁਪਿੰਦਰ ਭੈਣ ਵੀ ਇਹ ਚੀਜ਼ ਹਮੇਸ਼ਾ ਕਹਿੰਦੀ ਹੁੰਦੀ ਵੀ ਗੁਰਦੀਪ, ਇਹ ਆਪਾਂ ਸੋਚਦੇ ਹਾਂ ਪਰ ਜਿਵੇਂ ਜਿਵੇਂ ਨਿਆਣੇ ਵੱਡੇ ਹੁੰਦੇ ਜਾਂਦੇ ਨੇ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਈ ਆ ਨਾ। ਤੇ ਕਿਉਂਕਿ ਹੁਣ ਜਿਸ ਬੱਚੇ ਦੀ ਅਸੀਂ ਗੱਲਬਾਤ ਕਰ ਰਹੇ ਸੀਗੇ ਤਾਂ ਉਹ ਗ੍ਰੈਜੂਏਸ਼ਨ ਕਰ ਰਿਹਾ ਹੈ ਨਾ, ਤਾਂ ਮੈਨੂੰ ਲੱਗਿਆ, ਮੈਂ ਕਿਹਾ ਵੀ ਇਸ ਉਮਰ 'ਚ ਜਾ ਕੇ ਨਿਆਣਿਆਂ ਦਾ ਸਾਨੂੰ ਹੋਰ ਤਰੀਕੇ ਨਾਲ ਧਿਆਨ ਰੱਖਣਾ ਪੈਂਦਾ ਹੈ। ਛੋਟੇ ਦਾ ਹੁੰਦਾ ਕਿ ਕੋਈ ਸੱਟ ਫੇਟ ਨਾ ਲਵਾ ਲਵੇ, ਕੋਈ ਇਹਨੂੰ ਕੁਝ ਕਹਿ ਨਾ ਜਾਵੇ, ਉਹਨਾਂ ਚੀਜ਼ਾਂ ਦਾ ਅਸੀਂ ਧਿਆਨ ਰੱਖਦੇ ਹਾਂ ਹੈ ਨਾ। ਵੀ ਜਿਵੇਂ ਜਿਵੇਂ ਨਿਆਣੇ ਵੱਡੇ ਹੁੰਦੇ ਜਾਂਦੇ ਨੇ, ਹਰ ਉਮਰ ਦੇ ਹਿਸਾਬ ਨਾਲ ਉਹਨਾਂ ਨੂੰ ਆਪਾਂ ਅਲੱਗ ਤਰੀਕੇ ਦੇ ਨਾਲ ਦੇਖਣਾ ਵੀ ਚਾਹੁੰਦੇ ਹਾਂ
ਤੇ ਉਹ ਸਾਡਾ ਧਿਆਨ ਵੀ ਮੰਗਦੇ ਨੇ ਹਨਾ। ਤੇ ਮੈਨੂੰ ਲੱਗਦਾ ਕਿ ਜਿਹੜੀ ਮਾਂ-ਬਾਪ ਵਾਲੀ ਡਿਊਟੀ ਆ ਇਹ ਆਪਾਂ ਜਿਹਨੂੰ ਸਮਝੀਏ ਕਿ ਬਹੁਤ ਵਧੀਆ ਵੀ ਆ ਤੇ ਇਹ ਜ਼ਿੰਮੇਵਾਰੀ ਤੋਂ ਕਦੇ ਮੁਕਤ ਨਹੀਂ ਹੁੰਦੀ ਹੈ ਨਾ। ਮੈਂ ਵੀ ਇਹੀ ਸੋਚਦੀ ਹੁੰਦੀ ਸੀਗੀ ਜਦੋਂ ਮੇਰੇ ਨਿਆਣੇ ਛੋਟੇ ਸੀਗੇ ਕਿ ਚਲੋ ਜਦੋਂ ਥੋੜੇ ਜਿਹੇ ਵੱਡੇ ਹੋ ਜਾਣਗੇ ਫੇਰ ਥੋੜੇ ਸੌਖੇ ਹੋ ਜਾਣਗੇ ਹਨਾ। ਤਾਂ ਸੌਖੇ ਮਿਲਣਾ ਤਾਂ ਆਪਾਂ ਇਹੀ ਸੋਚਦੇ ਨੇ ਵੀ ਫਿਰ ਕੰਮਕਾਰ ਤੋਂ ਥੋੜੇ ਜਿਹੇ ਸਿਖਾਲੇ ਹੋਵਾਂਗੇ ਵੀ ਰੋਟੀ ਪਾਣੀ ਤੁਹਾਨੂੰ ਫੜਾਉਣਾ ਨਹੀਂ ਪਊਗਾ, ਆਪਣੇ ਹੱਥਾਂ ਨਾਲ ਖਵਾਉਣਾ ਨਹੀਂ ਪੈਂਦਾ ਹਨਾ। ਜਿਵੇਂ ਹੌਲੀ ਹੌਲੀ ਨਿਆਣੇ ਸਕੂਲ ਲਈ ਤਿਆਰ ਆਪ ਹੋਣ ਲੱਗ ਜਾਂਦੇ ਨੇ ਫਿਰ ਥੋੜੇ ਜਿਹੇ ਸਿਖਾਲੇ ਹੋ ਜਾਂਦੇ ਆਪਾਂ ਉਸ ਪੱਖੋਂ। ਹਾਂ ਉਸ ਪੱਖੋਂ। ਪਰ ਮੈਨੂੰ ਲੱਗਦਾ ਕਿ ਉਸ ਜਿਹੜੀ ਇੱਕ ਸਰੀਰਕ ਮਿਹਨਤ ਹੁੰਦੀ ਆ ਨਾ ਉਸ ਵਕਤ ਕਿ ਜੇ ਕਿਸੇ ਦੇ 2 ਨਿਆਣੇ ਆ ਜਾਂ 1 ਨਿਆਣੇ ਜਾਂ ਕਈਆਂ ਦੇ 3 ਵੀ ਨੇ ਹਨਾ, ਵੀ ਉਹ ਸਵੇਰੇ ਉੱਠਦੇ ਨੇ ਉਹਨਾਂ ਨੂੰ ਸਕੂਲ ਲਈ ਤਿਆਰ ਕਰਦੇ ਨੇ, ਕਿੰਨੀ ਭੱਜ ਦੌੜ ਹੁੰਦੀ ਆ ਉਸ ਸਮੇਂ 'ਚ, ਮਤਲਬ ਉਸ 1-1.5 ਘੰਟੇ 'ਚ ਨਾ। ਤੇ ਉਹ ਮੈਨੂੰ ਲੱਗਦਾ ਕਿ ਉਹ ਨਾ ਹੁਣ ਪਤਾ ਲੱਗਿਆ ਵੀ ਉਹ ਸੌਖੀ ਸੀਗੀ। ਹਾਂ ਜਦੋਂ ਨਿਆਣੇ ਵੱਡੇ ਹੋ ਗਏ ਤੇ ਤੁਹਾਡੀ ਮਾਨਸਿਕ ਜ਼ਿੰਮੇਵਾਰੀ ਜ਼ਿਆਦਾ ਵੱਧ ਗਈ। ਉਦੋਂ ਤੁਹਾਡਾ ਦਿਮਾਗ ਜ਼ਿਆਦਾ ਚੀਜ਼ਾਂ 'ਚ ਉਲਝਦਾ। ਤੇ ਖਾਸ ਕਰਕੇ ਮੈਨੂੰ ਐ ਨਹੀਂ ਪਤਾ ਕਿ ਹੋਰ ਪਰਿਵਾਰਾਂ 'ਚ ਲੋਕ ਐਵੇਂ ਸੋਚਦੇ ਆ ਜਾਂ ਨਹੀਂ। ਕਈ ਘਰਾਂ 'ਚ ਨਾ ਮਤਲਬ ਮੀਆਂ ਬੀਵੀ ਦਾ ਤਾਲਮੇਲ ਨਹੀਂ ਹੁੰਦਾ ਨਿਆਣਿਆਂ ਨੂੰ ਲੈ ਕੇ। ਜਿਵੇਂ ਆਪਣੇ ਮੰਮੀ ਹੁਣੀ ਆਪਾਂ ਨੂੰ ਕਈ ਵਾਰੀ ਜਿਹੜੀ ਗੱਲੋਂ ਤੋਂ ਆਪਾਂ ਰੁਕਦੇ ਨਹੀਂ ਸੀ ਹੁੰਦੇ ਉਹ ਕਹਿੰਦੇ ਹੁੰਦੇ ਸੀ ਚੰਗਾ ਫਿਰ ਹੁਣ ਇਹ ਮੈਨੂੰ ਤੇਰੇ ਡੈਡੀ ਨੂੰ ਦੱਸਣੀ ਪੈਣੀ ਆ ਹਨਾ। ਤੇ ਇਹ ਚੀਜ਼ ਹੈਗੀ ਵੀ ਆ ਕਿ ਮਾਂ ਨੂੰ ਕਈ ਵਾਰੀ ਨਾ ਨਿਆਣੇ ਤੇ ਆਪਦੇ ਘਰ ਵਾਲੇ 'ਚ ਬਹੁਤ ਜ਼ਿਆਦਾ ਸਮਝਦਾਰੀ ਨਾਲ ਰੋਲ ਪਲੇ ਕਰਨਾ ਪੈਂਦਾ ਹਨਾ। ਬਿਲਕੁਲ ਸਹੀ ਗੱਲ ਆ। ਤੇ ਉੱਥੇ ਲੱਗਦਾ ਹੁੰਦਾ ਫਿਰ ਕਈ ਵਾਰੀ ਮਤਲਬ ਤੁਹਾਡੇ ਤੇ ਮਾਂ ਹੋਣਾ ਹਾਵੀ ਹੋ ਜਾਂਦਾ। ਕਈ ਵਾਰੀ ਐ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਨਿਆਣੇ ਦਾ ਮੋਹ ਛੱਡ ਕੇ ਤੁਹਾਨੂੰ ਮਤਲਬ ਹਨਾ ਆਪਣੇ ਘਰ ਵਾਲੇ ਨਾਲ ਤਾਲਮੇਲ ਬਿਠਾਉਣਾ ਜ਼ਿਆਦਾ ਜ਼ਰੂਰੀ ਆ। ਤੇ ਉਸ ਚੀਜ਼ਾਂ 'ਚ ਨਾ ਮੈਨੂੰ ਕਈ ਵਾਰੀ ਆਪਣਾ ਬਚਪਨ ਯਾਦ ਆਉਣ ਲੱਗ ਜਾਂਦਾ ਹੈ ਕਿ ਕਦੇ ਕਦੇ ਲੱਗਦਾ ਹੁੰਦਾ ਸੀਗਾ ਕਿ ਸਾਨੂੰ ਇਸ ਚੀਜ਼ ਲਈ ਤਾਂ ਐਵੇਂ ਝਿੜਕਤਾ ਹਨਾ, ਇੱਥੇ ਸਾਡੀ ਗੱਲ ਸੁਣੀ ਜਾਣੀ ਚਾਹੀਦੀ ਸੀਗੀ। ਉਹ ਸਾਰੀਆਂ ਚੀਜ਼ਾਂ ਮੈਂ ਹੁਣ ਆਪਦੇ ਨਿਆਣਿਆਂ 'ਚ ਮਹਿਸੂਸ ਕਰਦੀ ਹਾਂ। ਜਿਵੇਂ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਵੀ ਘਰ 'ਚ ਜਿਹੜਾ ਮੁੰਡਾ ਉਹ ਵੱਡਾ ਹੋਣਾ ਚਾਹੀਦਾ, ਮਤਲਬ ਕੁੜੀ ਛੋਟੀ ਹੋਣੀ ਚਾਹੀਦੀ ਆ ਹਨਾ। ਵੀ ਉਹ ਛੇਤੀ ਜ਼ਿੰਮੇਵਾਰੀਆਂ ਕਰਨ ਲੱਗ ਜਾਂਦਾ, ਛੇਤੀ ਮਤਲਬ ਉਹ ਡਰਾਈਵ ਕਰਨ ਲੱਗ ਜਾਂਦਾ, ਤੁਸੀਂ ਉਹਦੇ ਤੋਂ ਕੰਮ ਲੈ ਸਕਦੇ ਹੋ। ਪਰ ਹੁਣ ਜਿਵੇਂ ਮੇਰੀ ਬੇਟੀ ਵੱਡੀ ਆ ਨਾ, ਹੁਣ ਮੈਨੂੰ ਜਾ ਕੇ ਪਤਾ ਲੱਗਿਆ ਵੀ ਨਹੀਂ ਘਰ 'ਚ ਕੁੜੀ ਦਾ ਵੱਡੀ ਹੋਣਾ ਜ਼ਿਆਦਾ ਜ਼ਰੂਰੀ ਹੈ ਨਾ। ਤੇ ਉਹਦਾ ਇੱਕ ਕਾਰਨ ਸੀਗਾ ਕਿ ਜਿਵੇਂ ਉਹ 15 ਸਾਲ ਦੀ ਉਮਰ ਉਹਨੇ ਪੂਰੀ ਕਰ ਲਈ ਹੈ ਨਾ, ਹੁਣ ਉਹ 16ਵੇਂ ਸਾਲ 'ਚ ਆ। ਤੇ ਉੱਥੇ ਜਾ ਕੇ ਨਿਆਣਾ ਕਿੰਨਾ ਬਦਲਦਾ ਤੇ ਛੋਟਾ ਨਿਆਣਾ ਜਿਹੜਾ ਉਹਦੀ ਸ਼ੈਡੋ 'ਚ ਕਿੰਨੀਆਂ ਚੀਜ਼ਾਂ ਸਿੱਖਦਾ, ਖਾਸ ਕਰਕੇ ਜਿਹੜਾ ਮੇਲ ਬੱਚਾ ਹੈ ਨਾ। ਬਿਲਕੁਲ। ਜਿਵੇਂ ਹੁਣ ਉਹਨੂੰ ਮਤਲਬ ਆਪਾਂ ਕਹਿ ਦਿੰਦੇ ਹਾਂ ਵੀ ਕਈ ਚੀਜ਼ਾਂ ਤੁਹਾਨੂੰ ਪੁਰਾਣੀਆਂ ਰੱਖਣੀਆਂ ਚਾਹੀਦੀਆਂ ਨੇ, ਪਰ ਮੈਨੂੰ ਲੱਗਦਾ ਕਈ ਚੀਜ਼ਾਂ ਤੁਹਾਨੂੰ ਨਵੀਆਂ ਵੀ ਸਿੱਖਣੀਆਂ ਚਾਹੀਦੀਆਂ ਨੇ। ਜਿਵੇਂ ਹੁਣ ਉਹਨੂੰ ਪਤਾ ਲੱਗ ਗਿਆ ਛੋਟੇ ਨੂੰ ਕਿ ਉਹਦੇ ਕਮਰੇ 'ਚ ਮੈਂ ਬੂਹਾ ਖੜਕਾਏ ਬਿਨਾਂ ਨਹੀਂ ਜਾਣਾ ਹਨਾ, ਵੀ ਉਹ ਕੁਛ ਕਰ ਰਹੀ ਹੋਵੇ। ਕਈ ਵਾਰੀ ਮਤਲਬ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਕਿ 15-16 ਸਾਲ ਦੀ ਉਮਰ 'ਚ ਬੱਚਾ ਪ੍ਰਾਈਵੇਸੀ ਚਾਹੁੰਦਾ ਹਨਾ, ਸ਼ਾਇਦ ਉਹ ਛੋਟੀ ਹੁੰਦੀ ਤਾਂ ਉਹ ਨਾ ਸਿੱਖਦਾ। ਤੇ ਇਹ ਚੀਜ਼ਾਂ ਮੈਂ ਵੀ ਸਿੱਖ ਰਹੀ ਹਾਂ। ਮੈਨੂੰ ਲੱਗਦਾ ਕਿ ਕਈ ਚੇਂਜ ਇਹੋ ਜਿਹੇ ਸੀਗੇ ਆਪਦੇ ਸਰੀਰ 'ਚ 15-20 ਸਾਲ ਦੀ ਉਮਰ ਤੱਕ ਜਿੰਨਾ ਬਾਰੇ ਅਸੀਂ ਖੁੱਲ੍ਹ ਕੇ ਆਪਣੇ ਮਾਂ ਪਿਓ ਨਾਲ ਗੱਲ ਨਹੀਂ ਕਰ ਸਕੇ। ਬਿਲਕੁਲ ਸਹੀ ਹੈ। ਤੇ ਮੈਂ ਹੁਣ ਗੁਰਨੂਰ ਨਾਲ ਉਸ ਚੀਜ਼ ਤੇ ਗੱਲਬਾਤ ਕਰਦੀ ਹਾਂ ਤੇ ਮੈਨੂੰ ਲੱਗਦਾ ਕਿ ਸਾਨੂੰ ਉਸ ਵਕਤ ਸੁਣਿਆ ਜਾਣਾ ਚਾਹੀਦਾ ਸੀਗਾ ਹਨਾ। ਜਿਵੇਂ ਹੁਣ ਤੁਸੀਂ ਗੱਲ ਸਹੀ ਕਹੀ ਆ ਕਿ ਆਪਾਂ ਨੂੰ ਇਹ ਮਹਿਸੂਸ ਹੁੰਦਾ ਸੀਗਾ ਕਿ ਸਾਨੂੰ ਬਿਨਾਂ ਗੱਲੋਂ ਐਵੇਂ ਹੀ ਰੋਕੀ ਟੋਕੀ ਜਾਂਦੇ ਨੇ। ਉਦੋਂ ਦੀ ਪੇਰੈਂਟਿੰਗ ਤੇ ਹੁਣ ਦੀ ਪੇਰੈਂਟਿੰਗ ਮੈਂ ਨਹੀਂ ਕਹਿੰਦੀ ਕਿ ਆਪਾਂ ਬਹੁਤ ਵਧੀਆ ਪੇਰੈਂਟਸ ਆ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਮਾਂ-ਬਾਪ ਨੇ ਆਪਾਂ ਨੂੰ ਬਿਨਾਂ ਘੂਰੇ, ਬਿਨਾਂ ਮਾਰੇ ਤੇ ਬਿਨਾਂ ਕਹੇ ਆਪਾਂ ਨੂੰ ਆਪਦੀ ਚੁੱਪ ਨਾਲ ਹੀ ਸਿਖਾਈਆਂ ਨੇ ਹਨਾ। ਪਰ ਕਈ ਵਾਰ ਤੁਹਾਨੂੰ ਮਹਿਸੂਸ ਹੁੰਦਾ ਸੀਗਾ ਕਿ ਯਾਰ ਇਹਨਾਂ ਨੇ ਮੇਰੀ ਗੱਲ ਤਾਂ ਸੁਣੀ ਹੋਈ ਨਹੀਂ ਗੀ, ਮੇਰਾ ਪੱਖ ਤਾਂ ਸੁਣੇ ਨਹੀਂ। ਹੁਣ ਇੱਕ ਛੋਟੀ ਜਿਹੀ ਐਗਜ਼ਾਮਪਲ ਆ, ਜਦੋਂ ਕੁੜੀਆਂ ਖਾਸ ਤੌਰ ਤੇ ਜਦੋਂ ਜਵਾਨ ਹੁੰਦੀਆਂ ਨੇ, ਜਦੋਂ ਆਪਾਂ ਸਕੂਲ ਜਾਂਦੇ ਆ ਹਨਾ, ਮੰਨ ਲਓ ਤੁਹਾਡੇ ਘਰ ਦੇ ਫੋਨ ਦੀ ਘੰਟੀ ਵੱਜ ਗਈ, ਤੁਸੀਂ ਫੋਨ ਚੱਕਿਆ, ਅੱਗੋਂ ਕੋਈ ਨਹੀਂ ਬੋਲਿਆ ਹੈਗਾ, ਤੇ ਤੁਹਾਨੂੰ ਉੱਥੇ ਡਰ ਲੱਗਣ ਲੱਗ ਜਾਂਦਾ। ਭਾਵੇਂ ਉਹ ਇੱਕ ਟੈਕਨੀਕਲ ਇਸ਼ੂ ਕਰਕੇ ਪਿੱਛੋਂ ਆਵਾਜ਼ ਨਹੀਂ ਆ ਰਹੀ ਸੀ ਕਿਸੇ ਦੀ, ਤੁਹਾਨੂੰ ਇਹ ਲੱਗਣ ਲੱਗ ਜਾਂਦਾ ਕਿ ਘਰਦਿਆਂ ਨੂੰ ਕਿਤੇ ਇਹ ਨਾ ਲੱਗੇ ਕਿ ਇਹਦੇ ਲਈ ਆਇਆ ਸੀਗਾ ਹਨਾ। ਕਿਉਂਕਿ ਆਪਾਂ ਨੂੰ ਇਹ ਹੁੰਦਾ ਹੈ ਕਿ ਮੇਰੀ ਤਾਂ ਸੁਣਨੀ ਨਹੀਂ ਗਈ ਕਿਸੇ ਨੇ। ਤਾਂ ਉਦੋਂ ਹੁੰਦਾ ਵੀ ਸੱਚੀ ਇਹ ਸੀਗਾ ਕਿ ਆਪਾਂ ਨਿਆਣੇ ਦੀ ਗੱਲ ਤੇ ਯਕੀਨ ਨਹੀਂ ਸੀ ਕਰਦੇ ਹੁੰਦੇ। ਕਿਉਂਕਿ ਆਪਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਵਾਕਈ ਚਾਹੇ ਅੱਜ ਇਹਦੇ ਲਈ ਫੋਨ ਆਇਆ ਚਾਹੇ ਨਹੀਂ ਹੈ, ਕਿ ਇਹ ਸੱਚੀ ਗਲਤੀ ਨਾ ਕਰ ਲਵੇ ਹਨਾ। ਉਹਨਾਂ ਨੂੰ ਲੱਗਦਾ ਸੀਗਾ ਕਿ ਘੂਰਨਾ ਹੀ ਹਰ ਇੱਕ ਚੀਜ਼ ਦਾ ਸੋਲੂਸ਼ਨ ਹੁੰਦਾ ਆ, ਜਾਂ ਨਿਆਣੇ ਨੂੰ ਜੇ ਗਲਤੀ ਤੋਂ ਰੋਕਣਾ ਤਾਂ ਤੁਸੀਂ ਘੂਰ ਕੇ ਹੀ ਰੋਕ ਸਕਦੇ ਹੋ। ਲੱਗਦਾ ਕਿ ਆਪਣੇ 'ਚ ਸ਼ਾਇਦ ਇਹ ਬਦਲਾਅ ਆਇਆ ਕਿ ਜਦੋਂ ਆਪਣੇ ਨਿਆਣੇ ਤੋਂ ਕੋਈ ਗਲਤੀ ਹੁੰਦੀ ਆ, ਆਪਾਂ ਉਹਨਾਂ ਨੂੰ ਇਹ ਪੁੱਛਦੇ ਹਾਂ ਕਿ ਇਹ ਤੁਸੀਂ ਕੀਤਾ। ਮੇਰੀ ਬੇਟੀ ਆ
ਸ਼ਾਇਦ ਛੋਟੀ ਆ ਜਾਂ ਤੁਹਾਡੇ ਬੱਚੇ ਵੀ ਤਾਂ ਹੁਣ ਵੱਡੇ ਨੇ, ਮੈਨੂੰ ਨਹੀਂ ਲੱਗਦਾ ਕੋਈ ਗੱਲ ਤੁਹਾਡੇ ਤੋਂ ਲੁਕਾਉਂਦੇ ਹੋਣਗੇ, ਹੈ ਨਾ। ਜੇ ਉਹਨੇ ਕੋਈ ਸ਼ਰਾਰਤ ਕੀਤੀ ਆ, ਕੁਛ ਤੋੜਿਆ, ਜਾਂ ਘਰੇ ਆਪਣੀ ਦਾਦੀ ਨੂੰ ਉਹਨੇ ਕੁਛ ਪੁੱਠਾ ਸਿੱਧਾ ਬੋਲਿਆ ਤਾਂ ਉਹਨੂੰ ਪੁੱਛੀਦਾ ਵੀ ਤੁਸੀਂ ਇਦਾਂ ਕਿਹਾ ਸੀ, ਕਹਿ ਦਿੰਦੀ ਹਾਂਜੀ ਮੈਂ ਕਿਹਾ ਸੀਗਾ, ਹੈ ਨਾ। ਫਿਰ ਉਹਨਾਂ ਨੂੰ ਸਿਖਾਈਦਾ ਪੁੱਤ ਇਦਾਂ ਨਹੀਂ ਬੋਲੀਦਾ ਹੁੰਦਾ, ਵੀ ਜੇ ਕੋਈ ਤੁਹਾਨੂੰ ਇਦਾਂ ਬੋਲੇ ਤੁਹਾਨੂੰ ਵਧੀਆ ਲੱਗੋ, ਫਿਰ ਉਹ ਕਹਿ ਦਿੰਦੀ ਹੈ ਨਹੀਂ, ਫਿਰ ਅਸੀਂ ਕਹਿ ਦਿੰਦੇ ਫਿਰ ਦਾਦੀ ਨੂੰ ਵੀ ਨਹੀਂ ਵਧੀਆ ਲੱਗਿਆ ਵੀ ਹੁਣ ਤੁਸੀਂ ਸੌਰੀ ਕਹਿ ਕੇ ਉਹ ਦਾਦੀ ਨੂੰ, ਹੈ ਨਾ। ਤਾਂ ਮੈਨੂੰ ਲੱਗਦਾ ਕਿ ਹੁਣ ਥੋੜ੍ਹਾ ਜਿਹਾ ਇਹ ਫਰਕ ਆਇਆ ਕਿ ਆਪਾਂ ਨਿਆਣੇ ਨੂੰ ਸੁਣਦੇ ਹਾਂ, ਅਤੇ ਮੈਨੂੰ ਲੱਗਦਾ ਕਿ ਹੋਣਾ ਵੀ ਚਾਹੀਦਾ, ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਹਰ ਘਰ 'ਚ ਹੀ ਨਿਆਣੇ ਦੀ ਸੁਣੀ ਜਾਂਦੀ ਆ, ਹੈ ਨਾ। ਜਦੋਂ ਹੁਣ ਆਪਾਂ ਵੱਡੇ ਹੋਏ ਸੀ, ਜਿਵੇਂ ਹੁਣ ਕੁੜੀਆਂ ਮੁੰਡਿਆਂ ਦੇ ਹਰ ਇੱਕ ਦੇ ਇੱਕ ਉਮਰ ਤੋਂ ਬਾਅਦ ਜਾ ਕੇ ਸਰੀਰਕ ਬਦਲਾਅ ਆਉਣੇ ਸ਼ੁਰੂ ਹੁੰਦੇ ਨੇ, ਉੱਥੇ ਆਪਾਂ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਸਾਰੇ ਕੱਪੜੇ ਹੁੰਦੇ ਨੇ ਜਿਹੜੇ ਅਸੀਂ ਪਾਉਣ ਤੋਂ ਝਿਜਕਦੇ ਹਾਂ, ਹੈ ਨਾ। ਕਿਉਂਕਿ ਸਾਡੇ ਲਈ ਉਹ ਚੀਜ਼ਾਂ ਨੋਰਮਲ ਨਹੀਂ ਕੀਤੀਆਂ ਜਾਂਦੀਆਂ, ਹੈ ਨਾ। ਜਿਵੇਂ ਹੁਣ ਮੇਰੀ ਬੇਟੀ, ਉਹਨੂੰ ਹੁਣੇ ਤੋਂ ਹੀ ਸਿਖਾਇਆ ਜਾਂਦਾ ਕਿ ਅੰਡਰਗਾਰਮੈਂਟਸ ਪਾਉਣੇ ਜ਼ਰੂਰੀ ਹੁੰਦੇ ਨੇ, ਕਿਉਂ ਪਾਉਣੇ ਜ਼ਰੂਰੀ ਨੇਗੇ ਇਹ, ਹੈ ਨਾ। ਜਾਂ ਤੁਸੀਂ ਆਪਣੇ ਆਪ ਦਾ ਧਿਆਨ ਕਿਵੇਂ ਰੱਖਣਾ ਹੈ, ਤੁਸੀਂ ਬਾਥਰੂਮ ਜਾ ਕੇ ਆਪਣੇ ਆਪ ਨੂੰ ਸਾਫ਼ ਕਿੱਦਾਂ ਕਰਨਾ ਹੈ, ਹੈ ਨਾ। ਮੈਨੂੰ ਲੱਗਦਾ ਕਿ ਉਹਨਾਂ ਚੀਜ਼ਾਂ 'ਚ ਆਪਣੇ ਪੇਰੈਂਟਸ ਆਪਣੇ ਨਾਲ ਗੱਲ ਕਰਨ ਤੋਂ ਝਿਜਕਦੇ ਹੁੰਦੇ ਸੀਗੇ, ਹੈ ਨਾ। ਈਵਨ ਜਦੋਂ ਆਪਣੇ ਪੀਰੀਅਡਸ ਵੀ ਸ਼ੁਰੂ ਹੋਏ ਨੇ, ਕਿ ਮੇਰੀ ਭੈਣ ਵੱਡੀ ਸੀਗੀ ਤਾਂ ਮੈਨੂੰ ਚਲੋ ਉਹਨਾਂ ਤੋਂ ਮੈਨੂੰ ਪਤਾ ਲੱਗ ਗਿਆ, ਮੇਰੀਆਂ ਕਜ਼ਨ ਸੀਗੀਆਂ ਨਾ, ਪਰ ਮੈਨੂੰ ਲੱਗਦਾ ਕਿ ਮੇਰੀ ਮਦਰ ਨਾਲ ਬੌਂਡ ਬਹੁਤ ਸਟਰੋਂਗ ਆ, ਪਰ ਫਿਰ ਵੀ ਮੈਨੂੰ ਲੱਗਦਾ ਇੱਕ ਗੈਪ ਸੀਗਾ ਵੀ ਇਸ ਚੀਜ਼ ਤੇ ਬੱਚੇ ਦੇ ਨਾਲ ਗੱਲ ਕਿਵੇਂ ਕੀਤੀ ਜਾਵੇ, ਹੈ ਨਾ। ਅੱਜ ਦੇ ਨਿਆਣੇ ਇਹ ਚੀਜ਼ਾਂ ਜ਼ਿਆਦਾ ਐਕਸਪੈਕਟ ਕਰਦੇ ਨੇ। ਆਪਾਂ ਜਿਵੇਂ ਸਾਂਝੇ ਟੱਬਰਾਂ 'ਚ ਵੀ ਰਹੇ ਹੋਏ ਹਾਂ, ਆਪਾਂ ਜਦੋਂ ਨਾਨਕੇ ਜਾਂਦੇ ਸੀ ਉੱਥੇ ਵੀ ਸਾਡੇ ਵੱਡਾ ਟੱਬਰ ਸੀਗਾ, ਆਪ ਤੋਂ ਵੱਡੀਆਂ ਭੈਣਾਂ ਤੇ ਭਰਾ ਹੁੰਦੇ ਨੇ ਜਿਹੜੇ ਕਿ ਤੁਹਾਡੇ ਨਾਲ ਗੱਲ ਕਰ ਲੈਂਦੇ ਨੇ, ਹੈ ਨਾ, ਵੀ ਤੁਸੀਂ ਐਂ ਕਰ ਸਕਦੇ ਹੋ ਜਾਂ ਇਹ ਚੀਜ਼ ਇੱਦਾਂ ਹੁੰਦੀ ਆ। ਹੁਣ ਇੱਕ ਤਾਂ ਆਪਦੇ ਪਰਿਵਾਰ ਬਹੁਤ ਛੋਟੇ ਹੋ ਗਏ, ਅਤੇ ਦੂਸਰਾ ਅੱਜ ਕੱਲ੍ਹ ਨਿਆਣੇ ਨਾਨਕੇ ਤਾਂ ਸਬੱਬੀ ਹੋ ਜਾਂਦੇ ਨੇ, ਹੈ ਨਾ। ਮਾਮੇ ਭੂਆ ਰਿਸ਼ਤੇ ਉਹ ਜਿਹੜੇ ਬਹੁਤੇ ਨੇੜੇ ਦੇ ਹੁੰਦੇ ਸੀ ਆਪਣੇ, ਹੁਣ ਬਹੁਤ ਜ਼ਿਆਦਾ ਦੂਰ ਦੇ ਹੋ ਗਏ। ਬੱਚਿਆਂ ਕੋਲੇ ਗੱਲ ਕਰਨ ਲਈ ਹੈ ਹੀ ਨਹੀਂ ਕੋਈ ਪੇਰੈਂਟਸ ਤੋਂ ਇਲਾਵਾ, ਹੈ ਨਾ। ਸੋ ਮੈਨੂੰ ਲੱਗਦਾ ਹੈ ਕਿ ਇੱਕ ਲਾਈਫ ਕੋਚ, ਜਿਵੇਂ ਗੁਰੂ ਇਕਬਾਲ ਜੀ ਕਹਿੰਦੇ ਹੁੰਦੇ ਨੇ ਕਿ ਇੱਕ ਲਾਈਫ ਕੋਚ ਜਿਹੜਾ ਹੁੰਦਾ ਉਹ ਬੱਚੇ ਦਾ ਸਭ ਤੋਂ ਵਧੀਆ ਪੇਰੈਂਟ ਹੋ ਸਕਦਾ ਆ। ਅੱਜ ਦਾ ਨਿਆਣਾ ਇਹ ਐਕਸਪੈਕਟ ਕਰਦਾ ਹੈ ਕਿ ਹਰ ਇੱਕ ਚੀਜ਼ ਮੇਰੇ ਤੋਂ ਲੁਕੋਈ ਨਾ ਜਾਵੇ, ਹਰ ਇੱਕ ਚੀਜ਼ ਬਾਰੇ ਮੈਨੂੰ ਦੱਸਿਆ ਜਾਵੇ ਅਤੇ ਮੇਰੇ ਨਾਲ ਖੁੱਲ੍ਹ ਕੇ ਗੱਲ ਕੀਤੀ ਜਾਵੇ। ਅਤੇ ਮੈਨੂੰ ਲੱਗਦਾ ਕਿ ਕੁਛ ਚੀਜ਼ਾਂ ਨੋਰਮਲ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ, ਹੈ ਨਾ। ਜਿਵੇਂ ਤੁਹਾਡੀ ਜਿਹੜੀ ਇੱਕ ਰੀਸੈਂਟ ਇੰਟਰਵਿਊ, ਮੈਂ ਉਹਨਾਂ ਦਾ ਨਾਮ ਭੁੱਲ ਗਈ, ਡਾਕਟਰ ਮੱਲੀ ਜਿਹੜੇ ਨੇ, ਜੁਬਿਨ ਮੱਲੀ, ਉਹਨਾਂ ਦੇ ਨਾਲ ਆਈ ਹੈ, ਤਾਂ ਉਹਨਾਂ ਨੇ ਕਿਹਾ ਕਿ ਕੁਛ ਚੀਜ਼ਾਂ ਨੂੰ ਨੋਰਮਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਨਾ। ਸੋ ਬੱਚੇ ਦੇ ਸਰੀਰਕ ਬਦਲਾਅ ਆ ਰਹੇ ਨੇ, ਇੱਕ ਉਮਰ ਤੋਂ ਬਾਅਦ ਜਾ ਕੇ ਉਹਨੂੰ ਇੱਕ ਆਪੋਜ਼ਿਟ ਜੈਂਡਰ ਦੇ ਨਾਲ ਅਟਰੈਕਸ਼ਨ ਫੀਲ ਹੋਊਗੀ। ਇਹ ਵੀ ਚੀਜ਼ ਮਾਂ-ਬਾਪ ਤੇ ਬੱਚੇ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ ਇਸ ਚੀਜ਼ 'ਤੇ ਵੀ। ਹੁਣ ਤੁਸੀਂ ਇਸ ਉਮਰ 'ਚੋਂ, ਹੁਣ ਤੈਨੂੰ ਆਹ ਚੀਜ਼ ਚੰਗੀ ਲੱਗ ਸਕਦੀ ਆ। ਜਿਵੇਂ ਆਪਣੀ ਜਦੋਂ ਪ੍ਰੈਗਨੈਂਸੀ ਹੁੰਦੀ, ਆਪਣੀਆਂ ਮਾਵਾਂ ਆਪਣੇ ਨਾਲ ਗੱਲ ਕਰਦੀਆਂ ਨੇ ਨਾ ਕਿ ਇਸ ਫੇਜ਼ ਦੇ ਵਿੱਚ ਇੱਦਾਂ ਹੁੰਦਾ, ਤੈਨੂੰ ਕਿਤੇ ਐਂ ਵੀ ਮਹਿਸੂਸ ਹੋ ਸਕਦਾ ਆ, ਜਾਂ ਤੈਨੂੰ ਇਸ ਮੰਥ 'ਚ ਜਾ ਕੇ ਐਂ ਵੀ ਮਹਿਸੂਸ ਹੋਊਗਾ, ਹੈ ਨਾ। ਸੋ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਕਨਵਰਸੇਸ਼ਨ ਬਹੁਤ ਜ਼ਿਆਦਾ ਪਿੱਛੇ ਜਾ ਕੇ ਹੁੰਦੀ ਆ, ਤਾਂ ਉਹ ਜਦੋਂ ਸਾਡੇ ਨਿਆਣੇ ਬੱਚੇ ਹੁੰਦੇ ਨੇ, ਤਾਂ ਮਤਲਬ ਬੱਚੇ ਛੋਟੇ ਹੁੰਦੇ ਨੇ, ਉਸ ਉਮਰ 'ਚ ਹੁੰਦੇ ਨੇ, ਕਿ ਉਦੋਂ ਵੀ ਹੋਣੀ ਚਾਹੀਦੀ ਆ ਕਿ ਹੁਣ ਤੁਸੀਂ ਇਸ ਉਮਰ 'ਚ ਆ ਗਏ। ਜਦੋਂ ਮੈਂ ਇਸ ਉਮਰ 'ਚ ਸੀ, ਸਾਨੂੰ ਐ ਫੀਲ ਹੁੰਦਾ ਸੀ, ਕਈ ਗੱਲਾਂ ਅਸੀਂ ਡਰਦੇ ਘਰੇ ਦੱਸਦੇ ਨਹੀਂ ਸੀ ਹੁੰਦੇ ਵੀ ਸਾਡੇ ਕਿਤੇ ਬਿਨਾਂ ਗੱਲ ਤੋਂ ਗਾਲਾਂ ਹੀ ਨਾ ਪੈ ਜਾਣ ਵੀ, ਪਰ ਅਸੀਂ ਗਲਤ ਸੋਚਦੇ ਹੁੰਦੇ ਸੀ। ਮੈਨੂੰ ਲੱਗਦਾ ਕਿ ਸਾਨੂੰ ਇਹ ਕਹਿਣਾ ਚਾਹੀਦਾ ਨਿਆਣਿਆਂ ਨੂੰ ਕਿ ਅਸੀਂ ਆਪਦੇ ਮਾਂ-ਬਾਪ ਨੇ ਇਸ ਚੀਜ਼ 'ਤੇ ਗੱਲ ਹੀ ਨਹੀਂ ਕੀਤੀ। ਸਾਨੂੰ ਲੱਗਦਾ ਸੀਗਾ ਕਿਤੇ ਸਾਡੇ ਗਾਲਾਂ ਹੀ ਨਾ ਪੈ ਜਾਣ, ਹੈ ਨਾ, ਜਾਂ ਕਿਤੇ ਸਾਨੂੰ ਬਿਨਾਂ ਗੱਲ ਤੋਂ ਕੁੱਟੀ ਨਾ ਪੈ ਜਾਵੇ, ਹੈ ਨਾ। ਉਹ ਚੀਜ਼ਾਂ ਮੈਨੂੰ ਲੱਗਦਾ ਕਿ ਨੋਰਮਲ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ, ਤਾਂ ਕਿ ਨਿਆਣੇ ਆਪਦੀ ਹਰ ਗੱਲ ਅਤੇ ਉਹਨਾਂ ਦੇ ਕਹਿਣ ਤੋਂ ਪਹਿਲਾਂ ਵੀ ਤੁਹਾਡਾ ਇੱਕ ਮਾਂ-ਬਾਪ ਦਾ ਐਫਰਟ ਹੋਣਾ ਚਾਹੀਦਾ ਕਿ ਤੁਸੀਂ ਵੀ ਜਾ ਕੇ ਉਹਨਾਂ ਦੇ ਨਾਲ ਗੱਲ ਕਰੋ ਉਸ ਚੀਜ਼ ਬਾਰੇ। ਗੁਰਦੀਪ, ਮਤਲਬ ਮੈਂ ਸੋਚਦੀ ਹਾਂ ਕਿ ਪਹਿਲਾਂ ਮਾਂ-ਬਾਪ ਦੀ ਗੱਲ, ਹੈ ਨਾ, ਕੀਤੀ ਜਾਵੇ। ਦੇਖੋ, ਆਪਾਂ ਕਹਿੰਦੇ ਕਿ ਨਿਆਣੇ ਸਾਡੀ ਸਭ ਤੋਂ ਵੱਡੀ ਜਾਇਦਾਦ ਨੇ। ਅਸੀਂ ਉਹਨਾਂ ਲਈ ਉਹਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਚੰਗਾ ਸਕੂਲ ਲੱਭਦੇ ਹਾਂ, ਹੈ ਨਾ, ਕਿ ਕਿਹੜੇ ਸਕੂਲ 'ਚ ਪੜ੍ਹਾਈਏ। ਅਸੀਂ ਦੂਜਿਆਂ ਦੇ ਨਿਆਣਿਆਂ ਨਾਲੋਂ ਚੰਗਾ ਮਾਹੌਲ ਉਹਨਾਂ ਨੂੰ ਦੇਣਾ ਚਾਹੁੰਦੇ ਹਾਂ, ਚੰਗਾ ਕੱਪੜਾ ਲੀੜਾ ਦੇਣਾ ਚਾਹੁੰਦੇ ਹਾਂ। ਅੱਜ ਕੱਲ੍ਹ ਜਵਾਕ 10 ਸਾਲ ਦਾ ਹੁੰਦਾ, ਅਸੀਂ ਉਹਨੂੰ ਇੱਕ ਪਰਸਨਲ ਕਮਰਾ ਤੱਕ ਵੀ ਦੇਣਾ ਚਾਹੁੰਦੇ ਹਾਂ, ਹੈ ਨਾ। ਪਰ ਉਹੀ ਚੀਜ਼ ਜਿਹੜੀ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਵੀ ਆ, ਅਤੇ ਤੁਸੀਂ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਉਹਦੇ ਤੋਂ ਕੁਰਬਾਨ ਵੀ ਕਰ ਸਕਦੇ ਹੋ, ਪਰ ਜਦੋਂ ਗੱਲਬਾਤ ਦੀ ਆਉਂਦੀ ਆ ਉਦੋਂ ਨਹੀਂ ਅਸੀਂ ਕਰਦੇ, ਹੈ ਨਾ। ਮੈਂ ਬਹੁਤ ਸਾਰੀਆਂ ਪੜ੍ਹੀਆਂ ਲਿਖੀਆਂ ਮਾਵਾਂ ਨੂੰ ਜਾਂ ਪਿਓਆਂ ਨੂੰ ਇਹ ਚੀਜ਼ ਕਰਦੇ ਦੇਖਿਆ ਕਿ ਉਹ ਅੱਜ ਕੱਲ੍ਹ ਆਪਦੇ ਨਿਆਣੇ ਨੂੰ ਕੋਐਡ ਸਕੂਲ 'ਚ ਤਾਂ ਪਾ ਦੇਣਗੇ, ਪਰ ਜਿਹੜੀ
ਕੋਐਡ ਸਕੂਲ 'ਚ ਬੱਚੇ ਨੂੰ ਪਾਉਣ ਤੋਂ ਬਾਅਦ ਉਹਦੀ ਸੋਚ ਬਣਦੀ ਆ, ਉਹਨੂੰ ਉਹ ਟੋਲਰੇਟ ਨਹੀਂ ਕਰ ਸਕਦੇ ਹੈ ਨਾ। ਜਿਵੇਂ ਗਨੂਰ ਤੇ ਮਹਿਤਾਬ ਤੇ ਮੈਂ, ਸਾਡਾ ਇੱਕ ਰੂਟੀਨ ਆ ਕਿ ਜਦੋਂ ਸ਼ਾਮ ਨੂੰ 5-6 ਵੱਜ ਜਾਂਦੇ ਆ ਤਾਂ ਉਹ ਦੋਨੋਂ ਡਾਈਨਿੰਗ ਮਤਲਬ ਰੂਮ 'ਚ ਆ ਕੇ ਉਹ ਉੱਥੇ ਪੜ੍ਹਦੇ ਨੇ, ਮੈਂ ਉੱਥੇ ਆਪਣਾ ਕੰਮ ਕਰਦੀ ਹਾਂ। ਤਾਂ ਉੱਥੇ ਅਸੀਂ ਇੰਨੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦੀਆਂ ਹੁੰਦੀਆਂ ਕਿ ਗਨੂਰ ਮੇਰੇ ਨਾਲ ਕਰਦੀ ਆ, ਉਹਨੂੰ ਦੇਖ ਕੇ ਮਹਿਤਾਬ ਆਪਦੀਆਂ ਗੱਲਾਂ ਮੇਰੇ ਨਾਲ ਕਰਦਾ ਤੇ ਫਿਰ ਮੈਂ ਉਹਨਾਂ ਨੂੰ ਆਪਦੀਆਂ ਗੱਲਾਂ ਦੱਸਦੀ ਹਾਂ, ਹੈ ਨਾ। ਇਹ ਚੀਜ਼ਾਂ ਸਾਡੇ ਘਰਾਂ 'ਚ ਹੈ ਨਹੀਂ ਗੀਆਂ। ਬਹੁਤ ਪੜ੍ਹੀਆਂ ਲਿਖੀਆਂ ਮਾਵਾਂ ਵੀ ਕਹਿਣਗੀਆਂ, ਮਤਲਬ ਚੋਰੀ ਕਿਸੇ ਨਾਲ ਸਲਾਹ ਕਰ ਰਹੀਆਂ ਹੁੰਦੀਆਂ ਨੇ ਕਿ ਮੇਰੀ ਕੁੜੀ ਨੇ ਆਹ ਗੱਲ ਕੀਤੀ, ਮੇਰੇ ਮੁੰਡੇ ਨੇ ਆਹ ਗੱਲ ਕੀਤੀ, ਮੈਂ ਹੁਣ ਉਹਨੂੰ ਕਿਵੇਂ ਹੈਂਡਲ ਕਰਾਂ, ਹੈ ਨਾ। ਇੱਕ ਭੈਣ ਮੈਨੂੰ ਇੱਕ ਦਿਨ ਬਾਜ਼ਾਰ 'ਚ ਮਿਲੇ, ਉਹਨਾਂ ਨੇ ਵੀ ਮੈਨੂੰ ਕਿਹਾ, ਜਦ ਕਿ ਉਹ ਬਹੁਤ ਪੜ੍ਹੇ ਲਿਖੇ ਨੇ, ਮਤਲਬ ਇੱਕ ਚੰਗਾ ਬਿਜ਼ਨਸ ਰਨ ਕਰ ਰਹੇ ਨੇ, ਉਹ ਮੈਨੂੰ ਕਹਿੰਦੇ ਕਿ ਮੈਨੂੰ ਕਈ ਵਾਰੀ ਮੈਂ ਬਹੁਤ ਜ਼ਿਆਦਾ ਟੈਨਸ਼ਨ 'ਚ ਹੋ ਜਾਂਦੀ ਹਾਂ ਕਿ ਇਸ ਚੀਜ਼ 'ਤੇ ਮੈਂ ਆਪਣੀ ਬੇਟੀ ਨਾਲ ਗੱਲ ਕਿਵੇਂ ਕਰਾਂ, ਹੈ ਨਾ। ਅਤੇ ਇਹੀ ਚੀਜ਼ ਹੈ ਕਿ ਅਸੀਂ ਕੋਐਡ ਸਕੂਲਾਂ 'ਚ ਨਿਆਣੇ ਪੜ੍ਹਾ ਲਏ, ਪਰ ਜੇ ਤੁਹਾਡੀ ਕੁੜੀ ਉੱਥੇ ਕਿਸੇ ਮੁੰਡੇ ਨਾਲ ਜਾਂ ਆਪਦੇ ਕਲਾਸਮੇਟ ਨਾਲ ਕੋਈ ਗੱਲ ਕਰ ਰਹੀ ਆ, ਉਹਨੂੰ ਉਹਦਾ ਫੋਨ ਵੀ ਆ ਰਿਹਾ, ਜਾਂ ਤੁਹਾਡੇ ਮੁੰਡੇ ਨੂੰ ਕਿਸੇ ਕੁੜੀ ਦਾ ਫੋਨ ਆ ਰਿਹਾ, ਤੇ ਤੁਹਾਡੇ ਨਜ਼ਰੀਏ 'ਚ ਰਿਸ਼ਤਾ ਉਹਨਾਂ ਦਾ ਸਿਰਫ ਇੱਕੋ ਹੀ ਬਣ ਜਾਂਦਾ ਕਿ ਹਾਏ ਕਿਤੇ ਇਹਦਾ ਕੁਝ ਗਲਤ ਨਾ ਹੋਵੇ ਇਹਦੇ ਨਾਲ, ਹੈ ਨਾ। ਜਾਂ ਇਹ ਥੋੜ੍ਹਾ ਜਿਹਾ ਇੱਕ ਦੋਸਤੀ ਤੋਂ ਵੱਧ ਕੇ ਆਪਸ ਵਿੱਚ ਗੱਲ ਨਾ ਕਰ ਰਹੇ ਹੋਣ, ਹੈ ਨਾ। ਜਿਹੜੀ ਚੀਜ਼ ਦੁਨੀਆ 'ਤੇ ਹੈਗੀ ਹੈ, ਜਿਵੇਂ ਆਪਾਂ ਕਹਿੰਦੇ ਕਿ 15-16 ਸਾਲ ਤੋਂ ਬਾਅਦ ਕੁਛ ਕੁ ਚੇਂਜ ਬੱਚੇ 'ਚ ਆਉਂਦੇ ਨੇ, ਹੈ ਨਾ। ਲੋਕੀ ਕਹਿੰਦੇ ਨੇ ਕਿ ਜੇ ਉਹਨੂੰ ਦੂਜਾ ਜੈਂਡਰ ਨਹੀਂ ਵੀ ਚੰਗਾ ਲੱਗ ਰਿਹਾ, ਇਹ ਵੀ ਇੱਕ ਅਬਨੋਰਮਲ ਚੀਜ਼ ਆ, ਹੈ ਨਾ। ਤੁਹਾਡਾ ਬੱਚਾ ਕਿਸੇ ਬਾਰੇ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਰਿਹਾ, ਲਾਈਫ ਕੋਚ ਬਹੁਤ ਹੈਲਪ ਕਰ ਸਕਦੇ ਨੇ, ਪਰ ਮੈਨੂੰ ਲੱਗਦਾ ਮਾਂ ਪਿਓ ਤੋਂ ਜ਼ਿਆਦਾ ਮਦਦ ਕੌਣ ਕਰ ਸਕਦਾ ਨਿਆਣੇ ਦੀ, ਹੈ ਨਾ। ਤੁਸੀਂ ਉਹਨੂੰ ਕਹੋ ਕਿ ਹਾਂ ਤੈਨੂੰ ਕਿਸੇ ਨਾਲ ਕੋਈ ਝੁਕਾਅ ਮਹਿਸੂਸ ਹੋ ਰਿਹਾ, ਕੋਈ ਬਹੁਤ ਬੁਰੀ ਗੱਲ ਨਹੀਂ ਹੈਗੀ, ਜਾਂ ਦੁਨੀਆ ਪਲਟ ਨਹੀਂ ਜਾਣੀ ਹੈ ਇਸ ਚੀਜ਼ ਨਾਲ, ਪਰ ਇਹ ਚੀਜ਼ ਹੈਗੀ ਕਿ ਜਿਹੜੀ ਤੇਰੀ ਉਮਰ ਆ, ਤੇਰੇ ਅੰਦਰ ਹਲੇ ਇੰਨੀ ਸਮਝਦਾਰੀ ਨਹੀਂ ਹੈਗੀ ਕਿ ਤੂੰ ਇਸ ਚੀਜ਼ ਨੂੰ ਮਤਲਬ ਹੈਂਡਲ ਕਰ ਸਕੇ, ਹੈ ਨਾ। ਉਹਨੂੰ ਗਾਈਡ ਕਰੋ ਉਹਦੇ ਸਰੀਰ ਬਾਰੇ, ਉਹਦੀ ਮਾਨਸਿਕਤਾ ਬਾਰੇ, ਉਹਦੇ ਟੇਸਟ ਕਿਹੜੀ ਉਮਰ 'ਚ ਕਿਵੇਂ ਦੇ ਹੋਣੇ ਚਾਹੀਦੇ, ਉਹਨੂੰ ਦੱਸੋ ਕਿ ਫਿਲਹਾਲ ਤੇਰਾ ਪੜ੍ਹਾਈ ਕਰਨ ਦਾ ਉਮਰ ਆ, ਜਦੋਂ ਤੇਰੀ ਜ਼ਿੰਦਗੀ ਦਾ ਇਹ ਸਮਾਂ ਆਊਗਾ ਉਦੋਂ ਵੀ ਅਸੀਂ ਤੈਨੂੰ ਪੂਰੀ ਖੁੱਲ੍ਹ ਦੇਵਾਂਗੇ ਕਿ ਤੂੰ ਆਪਦੇ ਲਈ ਕੋਈ ਰਿਸ਼ਤਾ ਚੁਣ ਸਕੇ, ਹੈ ਨਾ। ਇਹ ਨਹੀਂ ਕਿ ਤੁਹਾਨੂੰ ਅੱਜ ਲੱਗਿਆ ਕਿ ਕਿਸੇ ਦਾ ਫੋਨ ਆ ਗਿਆ, ਤੁਸੀਂ ਦੂਜੇ ਦਿਨ ਉਹਦਾ ਫੋਨ ਬੰਦ ਕਰਾ ਕੇ ਰੱਖ ਦਿਓ, ਤੀਜੇ ਦਿਨ ਤੁਸੀਂ ਉਹਨੂੰ ਦੱਸਣਾ ਸ਼ੁਰੂ ਕਰ ਦਿਓ ਕਿ ਤੂੰ ਫਲਾਣੇ ਨਾਲ ਗੱਲ ਕਰੇਂਗੀ ਜਾਂ ਫਲਾਣੇ ਨਾਲ ਗੱਲ ਕਰੇਂਗਾ ਜਾਂ ਨਹੀਂ ਕਰੇਂਗਾ, ਤੇ ਫਿਰ ਚੌਥੇ ਦਿਨ ਤੁਸੀਂ ਉਹਦੇ 'ਤੇ ਮਤਲਬ ਐਂ ਪੂਰੀ ਇੰਸਪੈਕਸ਼ਨ ਬਣਾ ਲਓ, ਹੈ ਨਾ, ਕਿ ਇਹਦਾ ਮੈਂ ਬੈਗ ਚੈੱਕ ਕਰਨ ਲੱਗ ਜਾਂ ਮੈਂ ਫੋਨ ਚੈੱਕ ਕਰਾਂ। ਹੁਣ ਮੇਰੀ ਬੇਟੀ ਆ, ਉਹਦੇ ਕੋਲ ਫੋਨ ਆ, ਮੈਂ ਕਦੀ ਉਹਦਾ ਫੋਨ ਨਹੀਂ ਚੈੱਕ ਕੀਤਾ, ਈਵਨ ਕਿ ਮੈਨੂੰ ਇਹ ਨਹੀਂ ਪਤਾ ਕਿ ਉਹਦੇ ਫੋਨ ਦਾ ਪਾਸਵਰਡ ਕੀ ਆ, ਹੈ ਨਾ। ਮੈਨੂੰ ਸਿਰਫ ਇੰਨਾ ਪਤਾ ਕਿ ਮੇਰਾ ਨਿਆਣਾ ਮੇਰੇ ਨਾਲ 2 ਘੰਟੇ ਸ਼ਾਮ ਨੂੰ ਬਹਿ ਕੇ ਗੱਲਾਂ ਕਰਦਾ, ਸਾਰੀਆਂ ਗੱਲਾਂ ਸਾਂਝੀਆਂ ਕਰਦਾ। ਤੇ ਇੱਕ ਚੀਜ਼ ਮੈਨੂੰ ਇਹ ਵੀ ਲੱਗਦਾ ਕਿ ਤੁਸੀਂ ਆਪਦੇ ਨਿਆਣਿਆਂ ਦੇ ਮਤਲਬ ਦੋਸਤਾਂ ਦੇ ਵੀ ਦੋਸਤ ਹੋਣੇ ਚਾਹੀਦੇ ਹੋ। ਮੈਨੂੰ ਉਹਦੀਆਂ ਸਹੇਲੀਆਂ ਤੱਕ ਕੋਈ ਕੰਮ ਨਹੀਂ ਹੁੰਦਾ, ਪਰ ਮੈਂ ਉਹਦੀਆਂ ਸਾਰੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਹਾਂ, ਹੈ ਨਾ। ਉਹਨਾਂ ਨਾਲ ਮਜ਼ਾਕ ਵੀ ਕਰ ਲੈਂਦੀ ਹਾਂ, ਉਹਦੇ ਤੋਂ ਮੈਨੂੰ ਪਤਾ ਲੱਗਦਾ ਕਿ ਮੇਰਾ ਬੱਚਾ ਸਕੂਲ 'ਚ ਕਿਵੇਂ ਦਾ ਬਿਹੇਵ ਕਰ ਰਿਹਾ, ਕਿਹਦੇ ਨਾਲ ਜ਼ਿਆਦਾ ਗੱਲ ਕਰ ਰਿਹਾ, ਕੰਪਨੀ ਕਿਹੋ ਜਿਹੀ ਆ ਉਹਦੀ। ਤੇ ਉਹਦੀਆਂ ਸਹੇਲੀਆਂ ਵੀ ਮੈਨੂੰ ਕਈ ਗੱਲਾਂ ਇਹੋ ਜਿਹੀਆਂ ਦੱਸ ਦਿੰਦੀਆਂ ਨੇ, ਤੇ ਨਾਲ ਇਹ ਵੀ ਕਹਿ ਦਿੰਦੀਆਂ ਆਂਟੀ ਇਹ ਅਸੀਂ ਆਪਣੀ ਮੰਮੀ ਨੂੰ ਨਹੀਂ ਕਹਿ ਸਕਦੇ, ਹੈ ਨਾ। ਤੇ ਇਹਦਾ ਮਤਲਬ ਕਿੰਨੀ ਜ਼ਿਆਦਾ ਕਮੀ ਆ ਉਹਨਾਂ ਦੀ ਜ਼ਿੰਦਗੀ 'ਚ। ਜਿਹੜੇ ਨਿਆਣੇ ਨਾਲ ਮਾਂ ਖੁੱਲ੍ਹ ਕੇ ਨਹੀਂ ਗੱਲ ਕਰ ਰਹੀ ਜਾਂ ਪਿਓ ਖੁੱਲ੍ਹ ਕੇ ਨਹੀਂ ਗੱਲ ਕਰ ਰਿਹਾ, ਉਹਦੇ ਨਾਲ ਬਾਹਰਲਾ ਕੋਈ ਇੱਕ ਬੰਦਾ ਪੱਕਾ ਖੁੱਲ੍ਹ ਕੇ ਗੱਲ ਕਰ ਰਿਹਾ ਹੁੰਦਾ, ਹੈ ਨਾ। ਤੇ ਜੇ ਉਹ ਕਰ ਰਿਹਾ, ਉਹ ਤੁਹਾਡੇ ਨਿਆਣਿਆਂ ਨੂੰ ਚੰਗਾ ਗਾਈਡ ਕਰ ਰਿਹਾ ਕਿ ਮਾੜਾ, ਤੁਹਾਨੂੰ ਇਸ ਚੀਜ਼ ਦਾ ਕੀ ਪਤਾ। ਆਪਾਂ ਕਹਿੰਦੇ ਨੇ ਕਿ ਨਿਆਣੇ ਨੂੰ ਸਮਾਂ ਦੇਵੋ, ਜਦੋਂ ਉਹ ਬਹੁਤ ਛੋਟਾ ਹੁੰਦਾ, 2 ਸਾਲ ਦਾ, 3 ਸਾਲ ਦਾ, 4 ਸਾਲ ਦਾ, ਹੈ ਨਾ। ਮੈਨੂੰ ਲੱਗਦਾ ਹੈ ਕਿ ਜਿਵੇਂ ਜਿਵੇਂ ਨਿਆਣੇ ਵੱਡੇ ਹੁੰਦੇ ਜਾਂਦੇ ਨੇ, ਉਹਨਾਂ ਨੂੰ ਘਰੋਂ ਹੋਰ ਵੀ ਜ਼ਿਆਦਾ ਅਟੈਂਸ਼ਨ ਮਿਲਣੀ ਚਾਹੀਦੀ ਆ, ਹੈ ਨਾ। ਇਹ ਜ਼ਰੂਰੀ ਆ ਵੀ ਜਿਵੇਂ ਜਦੋਂ ਨਿਆਣਾ ਵੱਡਾ ਹੁੰਦਾ ਆ, ਉਹਦਾ ਬਾਹਰ ਸਰਕਲ ਬਣਦਾ ਹੈ, ਸਕੂਲ ਦੇ ਕੁਝ ਦੋਸਤ ਬਣਦੇ ਨੇ, ਅਤੇ ਉਹ ਬਾਹਰ ਅੰਦਰ ਵੀ ਆਉਣਾ ਜਾਣਾ ਪਸੰਦ ਕਰਦੇ ਨੇ। ਇੱਕ ਦਿਨ ਆਈ ਅਸੀਂ ਇੱਕ ਕੈਫੇ ਬੈਠੇ ਸੀ, ਤਾਂ ਉੱਥੇ ਕੁਛ ਮੈਨੂੰ ਲੱਗਦਾ 5ਵੀਂ 6ਵੀਂ ਜਾਂ 7ਵੀਂ ਕਲਾਸ ਦੇ ਨਿਆਣੇ ਹੋਣਗੇ, ਜਿਹੜੇ ਆਪਸ 'ਚ ਬਰਥਡੇ ਪਾਰਟੀ ਕਰ ਰਹੇ ਸੀ। ਮੈਂ ਆਪਣੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਵੀ ਅਨੰਤ ਵੀ ਇੱਦਾਂ ਜਾਇਆ ਕਰੂਗੀ? ਉਹ ਕਹਿੰਦੇ ਹਾਂ ਬਿਲਕੁਲ ਜਾਇਆ ਕਰੂਗੀ। ਮੈਂ ਕਿਹਾ ਮੈਂ ਉਹਦੇ ਨਾਲ ਜਾਇਆ ਕਰੂੰਗੀ? ਕਹਿੰਦੇ ਬਿਲਕੁਲ ਨਹੀਂ ਜਾਇਆ ਕਰੇਂਗੀ। ਸਹੀ ਆ। ਅਸੀਂ ਹੱਸ ਰਹੇ ਸੀ ਉਸ ਚੀਜ਼ 'ਤੇ। ਪਰ ਮੈਂ ਕਹਿੰਦੀ ਹਾਂ ਕਿ ਉਹਦੇ ਇੰਟਰਸਟ ਵੀ ਬਣਨਗੇ, ਪਰ ਇਹ ਨਹੀਂ ਗਾ ਕਿ ਜਦੋਂ ਉਹ ਘਰ ਤੋਂ ਬਾਹਰ ਜਾ ਰਿਹਾ ਉਹ ਸਿਰਫ ਆਪਣੇ ਦੋਸਤਾਂ ਦੇ ਨਾਲ ਹੀ ਬਾਹਰ ਜਾ ਰਿਹਾ, ਹੈ ਨਾ। ਆਪਾਂ ਨੂੰ ਵੀ ਇਹ ਓਪਰਚੁਨਿਟੀ ਮਿਲੀ ਆ ਕਿ ਆਪਾਂ ਪਰਿਵਾਰਾਂ ਦੇ ਨਾਲ ਵੀ ਘੁੰਮਣ ਗਏ ਹਾਂ ਬਾਹਰ, ਆਪਾਂ ਆਪਣੇ ਦੋਸਤਾਂ ਦੇ ਨਾਲ ਵੀ ਘੁੰਮਣ ਗਏ ਹਾਂ, ਆਪਾਂ ਆਪਣੇ ਕੁਲੀਗਸ ਦੇ ਨਾਲ ਵੀ ਘੁੰਮਣ ਗਏ ਹਾਂ। ਆਪਾਂ ਨੂੰ ਪਤਾ ਹੈ ਕਿ ਹਰ ਕੰਪਨੀ ਦਾ ਇੱਕ ਅਲੱਗ ਟੇਸਟ ਆ, ਹੈ ਨਾ। ਸੋ ਜਿਵੇਂ ਜਿਵੇਂ ਨਿਆਣਾ ਵੱਡਾ ਹੁੰਦਾ ਜਾਂਦਾ, ਮੈਨੂੰ ਲੱਗਦਾ ਮਾਂ-ਬਾਪ ਨੂੰ ਉਦੋਂ ਵੀ ਇਹ ਚੀਜ਼ ਕਦੇ ਬੰਦ ਨਹੀਂ ਕਰਨੀ ਚਾਹੀਦੀ ਵੀ ਯਾਰ ਹੁਣ ਤਾਂ ਇਹਦੇ ਕੋਈ ਦੀ ਕੰਪਨੀ ਹੈਗੀ, ਹੁਣ ਤਾਂ ਸਾਨੂੰ ਇਹਨੂੰ ਬਾਹਰ ਲਿਜਾਣ ਦੀ ਜ਼ਰੂਰਤ ਨਹੀਂ। ਜਿਵੇਂ ਗੁਰੂ ਇਕਬਾਲ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਵੀ ਮੈਂ ਆਪਣੇ ਨਿਆਣਿਆਂ ਨੂੰ ਜ਼ਿਆਦਾ ਇੰਗੇਜ ਰੱਖਦਾ ਹਾਂ ਖੇਡਾਂ ਦੇ ਵਿੱਚ, ਅਤੇ ਮੇਰੀ ਜ਼ਰੂਰ ਕੋਸ਼ਿਸ਼ ਹੁੰਦੀ ਆ ਕਿ ਮੈਂ ਉਹਨਾਂ ਨੂੰ ਹਫ਼ਤੇ 'ਚ ਇੱਕ ਵਾਰੀ ਕਿਤੇ
ਬਾਹਰ ਲੈ ਕੇ ਜਾਵਾਂ, ਉਹ ਇਹ ਨਹੀਂ ਕਿ ਬਹੁਤ ਵੱਡੀ ਪਿਕਨਿਕ ਜਾਂ ਬਹੁਤ ਵੱਡੀ ਕਿਸੇ ਜਗ੍ਹਾ ਤੇ। ਕਹਿੰਦੇ ਮੈਂ ਉਹਨਾਂ ਨੇ ਕਹਿ ਦਿੰਦਾ ਕਿ ਆਪਾਂ ਹੁਣ ਸ਼ਨੀਵਾਰ ਨੂੰ ਸਾਈਕਲਿੰਗ ਕਰਨ ਜਾਵਾਂਗੇ, ਹੈ ਨਾ। ਉਹ ਕਹਿੰਦੇ ਇਹ ਆਦਤ ਮੈਨੂੰ ਪਈ ਸੀ, ਸਾਡੇ ਉੱਥੇ ਕਹਿੰਦੇ ਇੱਕ ਭਾਜੀ ਨੇ ਉਹਦੇ ਨਿਆਣੇ ਨੂੰ ਬੜੇ ਐਡਵੈਂਚਰਸ ਟ੍ਰਿਪ ਤੇ ਲੈ ਕੇ ਜਾਂਦੇ, ਵੀ ਕਦੇ ਸਾਈਕਲਿੰਗ ਕਰਨ ਲੈ ਗਏ, ਕਦੇ ਕੈਂਪਿੰਗ ਕਰਨ ਲੈ ਗਏ, ਕਦੇ ਉਹ ਹਾਈਕਿੰਗ ਤੇ ਚਲੇ ਗਏ। ਕਹਿੰਦੇ ਉਹ ਮੈਨੂੰ ਕਹਿੰਦੇ ਵੀ ਤੈਨੂੰ ਪਤਾ ਮੈਂ ਆਪਣੇ ਬੱਚਿਆਂ ਨੂੰ ਬਾਹਰ ਕਿਉਂ ਲੈ ਕੇ ਆਉਣਾ? ਕਹਿੰਦੇ ਵੀ ਕਿਉਂ ਲੈ ਕੇ ਆਉਂਦੇ ਹੋ? ਤਾਂ ਕਿ ਇਹਨਾਂ ਦੇ ਕਹਿੰਦੇ ਹੁਣੇ ਤੋਂ ਹੀ ਇੰਟਰਸਟ ਡਿਵੈਲਪ ਹੋ ਜਾਣ, ਕਿਉਂਕਿ ਜਦੋਂ ਇਹ ਵੱਡੇ ਹੋ ਕੇ ਕਾਲਜ ਜਾਂ ਫਿਰ ਯੂਨੀਵਰਸਿਟੀ ਜਾਣਗੇ, ਜੇ ਹੁਣੇ ਤੋਂ ਹੀ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਆਦਤ ਪੈ ਜਾਊਗੀ ਤਾਂ ਇਹ ਉੱਥੇ ਜਾ ਕੇ ਉਸੇ ਰੁਝਾਨ ਦੇ ਨਿਆਣਿਆਂ ਦਾ ਗਰੁੱਪ ਜੁਆਇਨ ਕਰਨਗੇ। ਵਿਆਹ ਤਾਂ ਕਹਿੰਦੇ ਇਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਕਰਾਉਣੇ ਨੇ, ਪਰ ਘੱਟੋ ਘੱਟ ਜਦੋਂ ਇਹ ਆਪਦਾ ਕੋਈ ਜੀਵਨ ਸਾਥੀ ਚੁਣਨਗੇ ਤਾਂ ਉਹਨਾਂ ਰੁਝਾਨਾਂ ਵਾਲਾ ਜਾਂ ਉਹ ਆਪਣੇ ਸਿਮਿਲਰ ਟੇਸਟ ਦੇ ਬੰਦੇ ਨੂੰ ਆਪਾਂ ਚੁਣਦੇ ਹਾਂ ਨਾ। ਤੇ ਕਹਿੰਦੇ ਜਿਹੜੇ ਨਿਆਣੇ ਕਿਤਾਬਾਂ ਨਾਲ, ਸਪੋਰਟਸ ਨਾਲ, ਐਡਵੈਂਚਰਸ ਮਤਲਬ ਇਹੋ ਜਿਹੀਆਂ ਚੀਜ਼ਾਂ ਨਾਲ ਜੁੜੇ ਹੁੰਦੇ ਨੇ ਤਾਂ 90% ਉਹ ਲੋਕ ਚੰਗੇ ਲੋਕ ਹੀ ਹੁੰਦੇ ਨੇ, ਹੈ ਨਾ। ਸੋ ਆਪਾਂ ਇਹ ਕਹੀਏ ਵੀ 30 ਸਾਲ ਦੇ ਨਿਆਣੇ ਨੂੰ ਜਾਂ ਫਿਰ 20 ਸਾਲਾਂ ਮਗਰੋਂ ਤੁਸੀਂ ਨਿਆਣੇ ਨੂੰ ਕਹੋ ਕਿ ਨਹੀਂ ਤੁਸੀਂ ਇਦਾਂ ਸੋਚਣਾ ਸ਼ੁਰੂ ਕਰ ਦਿਓ ਜਾਂ ਤੁਸੀਂ ਇਦਾਂ ਦੇ ਲੋਕਾਂ 'ਚ ਰਹਿਣਾ ਸ਼ੁਰੂ ਕਰ ਦਿਓ, ਉਹ ਉਦੋਂ ਪੋਸੀਬਲ ਨਹੀਂ ਹੈਗਾ ਭੈਣੇ। ਸਹੀ ਗੱਲ। ਆਪਾਂ ਜਿੰਨੀ ਦੇਰ ਤੱਕ ਨਿਆਣੇ ਆਪਣੇ ਪੈਰਾਂ ਤੇ ਜਾਂ ਖੁਦ ਮਾਂ-ਬਾਪ ਨਹੀਂ ਬਣ ਜਾਂਦੇ ਤਾਂ ਉਦੋਂ ਤੱਕ ਸਾਨੂੰ ਓਨਾ ਹੀ ਸਮਾਂ, ਓਨੀ ਡੈਡੀਕੇਸ਼ਨ ਦੇ ਨਾਲ ਨਿਆਣਿਆਂ ਨੂੰ ਪਾਲਣਾ ਪੈਣਾ ਹੈ। ਵੀ ਜਿਵੇਂ ਹੁਣ ਜਦੋਂ ਸਕੂਲ ਜਾਣ ਲੱਗੇ, ਸਕੂਲ ਟ੍ਰਿਪ ਤੇ ਜਾ ਤਾਂ ਆਉਣਾ ਆ, ਸਕੂਲ ਟੂਰ ਤੇ ਜਾ ਤਾਂ ਆਉਣਾ, ਦੋਸਤਾਂ ਨਾਲ ਘੁੰਮ ਤਾਂ ਆਉਣਾ ਹੈ, ਆਪਾਂ ਉੱਥੇ ਹੀ ਨਹੀਂ ਜ਼ਰੂਰੀ ਸਮਝਦੇ ਕਿ ਸਾਡਾ ਵੀ ਫਰਜ਼ ਬਣਦਾ ਜਾਂ ਸਾਡੇ ਲਈ ਵੀ ਜ਼ਰੂਰੀ ਆ ਕਿ ਅਸੀਂ ਆਪਦੇ ਬੱਚਿਆਂ ਨੂੰ ਦੱਸੀਏ ਕਿ ਤੁਹਾਡੀ ਹਰ ਉਮਰ ਦੇ ਵਿੱਚ ਤੁਹਾਡੇ ਮਾਂ-ਬਾਪ ਦੀ ਕੰਪਨੀ ਵੀ ਤੁਹਾਨੂੰ ਮਿਲ ਸਕਦੀ ਆ ਜਾਂ ਤੁਹਾਡੇ ਮਾਂ-ਬਾਪ ਦੀ ਕੰਪਨੀ ਵੀ ਤੁਹਾਡੇ ਲਈ ਜ਼ਰੂਰੀ ਹੋ ਸਕਦੀ ਆ ਨਾ। ਬਹੁਤੇ ਬੱਚੇ ਨੇ ਜਿਹੜੇ ਜਾਣਾ ਪਸੰਦ ਹੀ ਨਹੀਂ ਕਰਦੇ, ਫਿਰ ਕਹਿੰਦੇ ਨੇ ਸਾਡਾ ਬੱਚਾ ਤਾਂ ਲਾਈਕ ਹੀ ਨਹੀਂ ਕਰਦਾ ਹੈਗਾ। ਜਦੋਂ ਹੁਣ ਤੁਸੀਂ ਇੱਕ ਉਮਰ ਤੋਂ ਬਾਅਦ ਉਹਨੂੰ ਛੱਡ ਹੀ ਦਿੱਤਾ ਕਿ ਹੁਣ ਤੇ ਸਕੂਲ ਤੇ ਜਾ ਆਉਂਦਾ ਤੇ ਦੋਸਤ ਬਣ ਗਏ, ਤਾਂ ਉਹ ਫਿਰ ਇੱਕਦਮ ਤੁਹਾਡੇ ਨਾਲ ਨਹੀਂ ਜਾਊਗਾ ਕਿਤੇ ਵੀ। ਜਾਂ ਕਈ ਵਾਰ ਅਸੀਂ ਰੋਕ ਟੋਕ ਹੀ ਇੰਨੀ ਬਾਹਰ ਜਾ ਕੇ ਕਰਨ ਲੱਗ ਜਾਂਦੇ, ਤੁਸੀਂ ਇੰਨੀ ਕਰਨ ਲੱਗ ਜਾਂਦੇ ਹੋ ਜਾਂ ਨਿਆਣਿਆਂ ਦੇ ਨਾਲ ਸਾਡੇ ਪਲਾਨਸ ਹੀ ਬਣਨ ਨੂੰ ਹਟ ਜਾਂਦੇ ਨੇ। ਸੋ ਸ਼ੁਰੂ ਤੋਂ ਹੀ ਨਿਆਣਿਆਂ ਨੂੰ ਉਵੇਂ ਦਾ ਮਾਹੌਲ ਦੇਵੋ ਜਿਵੇਂ ਦਾ ਤੁਸੀਂ ਚਾਹੁੰਦੇ ਹੋ ਕਿ ਵੱਡੇ ਹੋ ਕੇ ਇਹ ਨਿਆਣੇ ਸਾਡੇ ਬਣਨ, ਹੈ ਨਾ। ਕੱਲ ਵੀ ਅਸੀਂ ਇੱਕ ਫਿਲਮ ਦੇਖ ਰਹੇ ਸੀਗੇ ਤਾਂ ਉਹਦੇ ਵਿੱਚ ਹੁੰਦਾ ਹੈ ਕਿ ਉਹ ਮੁੰਡਾ ਜਦੋਂ ਵੱਡਾ ਹੁੰਦਾ ਹੈ ਤਾਂ ਉਹਦੀ ਜਦੋਂ ਨੇਚਰ ਸਾਰਿਆਂ ਦੇ ਸਾਹਮਣੇ ਆਉਂਦੀ ਆ ਤਾਂ ਉਹ ਫਿਰ ਮੁੰਡੇ ਦਾ ਪਿਓ ਕਹਿੰਦਾ ਵੀ ਆਪਦੇ ਸਹੁਰੇ ਨੂੰ, ਕਹਿੰਦਾ ਤੁਹਾਨੂੰ ਯਾਦ ਹੈ ਮੈਂ ਕਿਹਾ ਸੀਗਾ ਕਿ ਮੇਰਾ ਬੱਚਾ ਇਹੋ ਜਿਹਾ ਹੋਊਗਾ, ਹੈ ਨਾ। ਕਿਉਂਕਿ ਉਹ ਮਾਹੌਲ ਉਵੇਂ ਦਾ, ਫਿਲਮ ਦੇ ਸਰਕਮਸਟੈਂਸਿਸ ਤਾਂ ਹੋਰ ਸੀਗੇ, ਪਰ ਜੇ ਤੁਸੀਂ ਵਾਕਈ ਚਾਹੁੰਦੇ ਹੋ ਕਿ ਮੇਰਾ ਬੱਚਾ ਇਦਾਂ ਦਾ ਹੋਵੇ, ਇਹ ਨਹੀਂ ਹੈਗਾ ਕਿ ਉਹ ਡੰਡੇ ਦੇ ਜ਼ੋਰ 'ਤੇ ਹੀ ਹੋ ਸਕਦਾ ਆ। ਉਹ ਉਦੋਂ ਬਣੂਗਾ ਜਦੋਂ ਤੁਸੀਂ ਉਹਨੂੰ ਉੱਦਾਂ ਦਾ ਮਾਹੌਲ ਦੇਵੋਗੇ, ਹੈ ਨਾ। ਅਤੇ ਦੂਸਰੀ ਗੱਲ ਜਿਹੜੀ ਖੁੱਲ੍ਹ ਕੇ ਗੱਲ ਕਰਨ ਦੀ ਆ ਨਾ, ਉਹ ਹੁਣ ਇੱਕ ਵਾਰੀ ਗੁਰਪ੍ਰੀਤ ਘੁੱਗੀ ਜੀ ਉਹਨਾਂ ਨੇ ਇੱਕ ਲੈਕਚਰ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਮੇਰੀ ਬੇਟੀ ਅਤੇ ਉਹਦੀ ਮਦਰ ਰਾਤ ਨੂੰ ਇੱਕ ਕਮਰੇ 'ਚ ਉੱਦਾਂ ਹੀ ਬੁੜਬੁੜ ਜਿਹੀ ਕਰੀ ਜਾਣ ਅਤੇ ਮੇਰੀ ਮਤਲਬ ਵਾਈਫ ਮੇਰੀ ਬੇਟੀ ਨੂੰ ਘੂਰ ਰਹੀ ਆ। ਅਤੇ ਕਹਿੰਦੇ ਮੈਂ ਗਿਆ, ਕਹਿੰਦੇ ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਦੋਵੇਂ ਚੁੱਪ ਹੋ ਗਏ। ਕਹਿੰਦੇ ਮੈਂ ਕਿਹਾ ਬੇਟੇ ਸੈਨੇਟਰੀ ਨੈਪਕਿਨ ਚਾਹੀਦੇ ਨੇ ਤੈਨੂੰ? ਉਹ ਕਹਿੰਦੀ ਹਾਂਜੀ ਪਾਪਾ। ਕਹਿੰਦੇ ਵੀਰੇ ਇਹਦੇ 'ਚ ਕਿੱਡੀ ਕੁ ਗੱਲ ਆ, ਨਾਲੇ ਤੂੰ ਇਹਨੂੰ ਘੂਰ ਕਿਉਂ ਰਹੀ ਆ? ਕਹਿੰਦੇ ਮੈਂ ਗਿਆ ਬਾਜ਼ਾਰੋਂ ਉਹਨੂੰ ਸੈਨੇਟਰੀ ਨੈਪਕਿਨ ਲਿਆ ਕੇ ਦਿੱਤੇ, ਕਹਿੰਦੇ ਰੌਲਾ ਖਤਮ ਹੋ ਗਿਆ, ਹੈ ਨਾ। ਸੋ ਮੈਨੂੰ ਲੱਗਦਾ ਕਿ ਹਰ ਮਾਂ-ਬਾਪ ਨੂੰ, ਮਾਂ ਨੂੰ ਆਪਦੇ ਦੋਵੇਂ ਮੁੰਡਾ ਅਤੇ ਕੁੜੀ, ਪਿਓ ਨੂੰ ਵੀ ਆਪਦੇ ਮੁੰਡਾ ਅਤੇ ਕੁੜੀ ਦੋਵਾਂ ਦੇ ਨਾਲ ਹੀ ਉਵੇਂ ਦੀ ਗੱਲ ਕਰਨੀ ਚਾਹੀਦੀ ਹੈ ਜਿਹੋ ਜਿਹੀ ਉਹਨਾਂ ਦੀ ਉਮਰ ਆ। ਆਪਾਂ ਸਾਰੀ ਉਸ ਦੌਰ 'ਚੋਂ, ਸਾਰੀ ਉਸ ਉਮਰ 'ਚੋਂ ਲੰਘੇ ਹੁੰਦੇ ਹਾਂ। ਆਪਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਉਮਰ 'ਚ ਜਾ ਕੇ ਸਾਨੂੰ ਕੀ ਫੀਲ ਹੁੰਦਾ ਸੀ, ਨਿਆਣੇ ਨੂੰ ਵੀ ਕੀ ਫੀਲ ਹੋ ਰਿਹਾ, ਕਿਹੜੀ ਉਮਰ 'ਚ ਜਾ ਕੇ ਸਾਨੂੰ ਕਿਹੋ ਜਿਹੀ ਸਰੀਰਕ ਤਬਦੀਲੀ ਹੋਈ ਸੀ ਅਤੇ ਉਦੋਂ ਅਸੀਂ ਕੀ ਚਾਹੁੰਦੇ ਸੀਗੇ। ਉਹ ਵਾਲੀਆਂ ਚੀਜ਼ਾਂ ਤੁਸੀਂ ਅੱਗੇ ਆਪਣੇ ਨਿਆਣਿਆਂ ਨੂੰ ਦੇ ਸਕਦੇ ਹੋ, ਉਹਨਾਂ ਦੇ ਨਾਲ ਉਹ ਜਿਹਾ ਰਵੱਈਆ ਤੁਸੀਂ ਕਰ ਸਕਦੇ ਹੋ। ਗੁਰਦੀਪ ਮੈਂ ਨਾ ਇੱਕ ਚੀਜ਼ ਹੁਣ ਮਹਿਸੂਸ ਕੀਤੀ ਹੈ ਇਸ ਉਮਰ 'ਚ ਆਪਦੇ ਨਿਆਣਿਆਂ ਨਾਲ ਕਿ ਕਈ ਵਾਰੀ ਨਾ ਛੋਟੀ ਜਿਹੀ ਗਲਤੀ ਹੁੰਦੀ ਆ, ਅਸੀਂ ਉਹਨੂੰ ਝਿੜਕਦੇ ਇਸ ਤਰੀਕੇ ਨਾਲ ਆ ਕਿ ਉਹ ਤੁਹਾਡੇ ਨਿਆਣੇ ਦੇ ਮਨ 'ਚ ਬਹੁਤ ਵੱਡੀ ਬਣ ਜਾਂਦੀ ਹੈ ਨਾ। ਇੱਕ ਦਿਨ ਗਨੂਰ ਤੇ ਮਹਿਤਾਬ ਦੋਨੇ, ਮਤਲਬ ਉਹ ਬਹੁਤ ਘੱਟ ਕਿਸੇ ਗੱਲ ਤੇ ਬਹਿਸਦੇ ਨੇ ਆਪਸ ਵਿੱਚ, ਉਹ ਦੋਨੇ ਲੜਦੇ ਪਏ ਸੀਗੇ ਤੇ ਮੈਂ ਘਰੋਂ ਬਾਹਰ ਸੀਗੀ। ਜਦੋਂ ਮੈਂ ਆਈ ਉਹਨਾਂ ਨੇ ਕੰਧ ਤੇ ਨਾ ਮਤਲਬ ਗੁੱਸੇ ਜਾ ਕੇ ਇੰਕ ਜਿਹੜੀ ਪੂਰੀ ਕੰਧ ਤੇ ਲੱਗੀ ਹੋਈ ਸੀ, ਮੈਂ ਉਹਨੂੰ ਪੁੱਛਿਆ ਗਨੂਰ ਨੂੰ ਆ ਕੇ ਵੀ ਕੀ ਹੋਇਆ? ਉਹ ਕਹਿੰਦੀ ਇੱਦਾਂ ਇੱਦਾਂ ਅਸੀਂ ਲੜੇ ਤੇ ਇਹਨੇ ਗੁੱਸਾ ਕੀਤਾ, ਇਹਨੇ ਸਾਰੀ ਇੰਕ ਕੰਧ ਨੂੰ ਲਾਤੀ। ਮੈਂ ਉਹਨੂੰ ਕਹਿਣ ਲੱਗ ਗਈ ਮਹਿਤਾਬ ਨੂੰ ਨਾ ਝਿੜਕਿਆ। ਫਿਰ ਮੈਨੂੰ ਗਨੂਰ ਨੇ ਇਹ ਗੱਲ ਕਹੀ ਕਿ ਜਦੋਂ ਅਸੀਂ ਲੜ ਰਹੇ ਹੁੰਦੇ ਉਹਦੇ 'ਚ ਤੁਹਾਨੂੰ ਬੋਲਣਾ ਨਹੀਂ ਚਾਹੀਦਾ, ਹੈ ਨਾ।
ਤੇ ਮੈਂ ਉਹਨੂੰ ਕਿਹਾ ਵੀ ਮੈਂ ਮਾਂ ਮਤਲਬ ਕਿਉਂ ਨਹੀਂ ਝਿੜਕ ਸਕਦੀ? ਉਹ ਕਹਿੰਦੀ ਗੱਲ ਝਿੜਕਣ ਦੀ ਨਹੀਂ ਹੈਗੀ, ਉਹ ਬਹਿਸ ਸਾਡੀ ਦੋਵਾਂ ਦੀ ਆ, ਤੇ ਤੁਸੀਂ ਆ ਕੇ ਇੱਕ ਦਾ ਵੀ ਫੇਵਰ ਲਓਗੇ ਦੂਜੇ ਨੂੰ ਲੱਗੂਗਾ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ, ਹਨਾ। ਉਸ ਤੋਂ ਬਾਅਦ ਇਹ ਚੀਜ਼ ਵੀ ਮੈਂ ਸਿੱਖੀ ਕਿ ਜਦੋਂ ਨਿਆਣੇ ਲੜਦੇ ਨੇ ਤਾਂ ਮਾਂ ਨੂੰ ਕਦੇ ਵੀ ਜਾ ਕੇ ਵਿੱਚ ਨਹੀਂ ਕੁੱਦਣਾ ਚਾਹੀਦਾ ਜਦੋਂ ਤੱਕ ਉਹ ਇੱਕ ਦੂਜੇ ਦੀ ਕੋਈ ਕੁੱਟਮਾਰ ਨਹੀਂ ਕਰਦੇ ਪਏ ਨਾ। ਬਹਿਸ ਰਹੇ ਨੇ ਨਿਆਣੇ ਇੱਕ ਦੂਜੇ ਨਾਲ ਉੱਚੀ ਉੱਚੀ ਗੱਲ ਕਰ ਰਹੇ ਨੇ, ਕੋਈ ਚੱਕਰ ਨਹੀਂ। ਜਦੋਂ ਤੁਸੀਂ ਜਾ ਕੇ ਇੱਕ ਨੂੰ ਦੂਜੇ ਦੇ ਸਾਹਮਣੇ ਸਮਝਾਉਣਾ ਸ਼ੁਰੂ ਕਰਦੇ ਹੋ ਕਿ ਤੇਰੀ ਗਲਤੀ ਆ, ਉਹਨਾਂ ਨੂੰ ਲੱਗਦਾ ਕਿ ਮਾਂ ਸਿਰਫ ਇੱਕੋ ਬੱਚੇ ਦਾ ਪੱਖ ਲੈ ਰਹੀ ਆ, ਹਨਾ। ਇਹ ਚੀਜ਼ ਕਦੀ ਨਾ ਕਰੋ ਆਪਦੇ ਨਿਆਣੇ ਨਾਲ। ਦੂਜੀ ਚੀਜ਼ ਹੈ ਕਿ ਆਪਾਂ ਨਾ ਕਈ ਵਾਰੀ ਸੁਣਦੇ ਹੁੰਦੇ ਹਾਂ ਗੁਰਦੀਪ, ਆਪਾਂ ਕਈ ਸਕੂਲਾਂ ਨੂੰ ਹੀ ਇਸ ਚੀਜ਼ ਲਈ ਪੱਕੇ ਬਣਾ ਲੈਂਦੇ ਹਾਂ ਕਿ ਫਲਾਣੇ ਸਕੂਲ 'ਚ ਪੜ੍ਹ ਕੇ ਨਿਆਣਾ ਵਿਗੜਦਾ ਹੈ, ਹਨਾ। ਨਿਆਣਾ ਕਿਸੇ ਸਕੂਲ 'ਚ ਪੜ੍ਹ ਕੇ ਨਹੀਂ ਵਿਗੜਦਾ। ਨਿਆਣਾ ਕਦੋਂ ਵਿਗੜਦਾ? ਜਦੋਂ ਤੁਸੀਂ ਉਹਨੂੰ ਜਿਸ ਉਮਰ 'ਚ ਉਹਦੇ ਤੇ ਹਦਾਇਤ ਰੱਖਣੀ ਆ ਉਸ ਉਮਰ 'ਚ ਉਹਨੂੰ ਖੁੱਲ੍ਹ ਦੇ ਰਹੇ ਹੋ। ਜਿਸ ਉਮਰ 'ਚ ਉਹਨੂੰ ਖੁੱਲ੍ਹ ਚਾਹੀਦੀ ਆ ਉਦੋਂ ਤੁਸੀਂ ਹਦਾਇਤਾਂ ਤੇ ਸ਼ੁਰੂ ਹੋ ਜਾਂਦੇ ਹੋ ਨਾ। ਸਾਡੇ ਬੜੇ ਰਿਸ਼ਤੇਦਾਰਾਂ ਦੇ ਬੱਚੇ ਨੇ ਜਿਹੜੇ ਬਹੁਤ ਵਧੀਆ ਸਕੂਲਾਂ 'ਚ ਪੜ੍ਹ ਕੇ ਉਹ ਕਹਿਣਗੇ ਕਿ ਫਲਾਣੇ ਸਕੂਲ 'ਚ ਨਾ ਲਾਇਓ। ਉਹ ਫਿਰ ਦੂਜਿਆਂ ਨੂੰ ਉਦਾਹਰਨਾਂ ਦਿੰਦੇ ਆ ਕਿ ਫਲਾਣੇ ਸਕੂਲ 'ਚ ਨਿਆਣਾ ਸਾਡੀ ਹੱਥੋਂ ਨਿਕਲ ਗਿਆ, ਹਨਾ। ਨਿਆਣਿਆਂ ਨੂੰ ਕਿੰਨਾ ਕੁਛ ਆ ਜਿਹੜਾ ਬਾਹਰ ਜਾ ਕੇ ਮਿਲਦਾ, ਹਨਾ। ਤੁਹਾਨੂੰ ਚਾਹੀਦਾ ਕਿ ਤੁਸੀਂ ਸਿਰਫ ਉਹਦੇ ਤੇ ਅੱਖ ਰੱਖੋ, ਤੁਹਾਡੀ ਜ਼ੁਬਾਨ ਸਿਰਫ ਓਨੀ ਚੀਜ਼ ਤੇ ਹੋਣੀ ਚਾਹੀਦੀ ਹੈ ਜਿੰਨੀ ਤੁਹਾਨੂੰ ਲਾਜ਼ਮੀ ਆ ਕਿ ਤੁਸੀਂ ਉੱਥੇ ਵਰਤਣੀ ਆ, ਨਾ। ਕਈ ਵਾਰੀ ਨਾ ਨਿਆਣੇ ਵੀ ਤੁਹਾਡੀ ਖੁੱਲ੍ਹ ਦਾ ਨਜਾਇਜ਼ ਫਾਇਦਾ ਉਠਾਉਂਦੇ ਆ। ਮਾਂ ਪਿਓ ਨੂੰ ਪਤਾ ਹੁੰਦਾ, ਆਪਾਂ ਕਹਿੰਦੇ ਕਿ ਜਿਵੇਂ ਵਿਗੜੇ ਹੋਏ ਦੀ ਤੋਰ ਦੇਖ ਕੇ ਤੁਸੀਂ ਦੱਸ ਦਿੰਦੇ ਹੋ ਕਿ ਇਹ ਕਿਹੋ ਜਿਹੇ ਹਾਲਾਤਾਂ 'ਚ ਆ, ਹਨਾ। ਮਾਂ ਪਿਓ ਦੱਸ ਦਿੰਦੇ ਨੇ ਕਿ ਨਿਆਣਾ ਇਸ ਵਕਤ ਮੈਨੂੰ ਝੂਠ ਬੋਲ ਰਿਹਾ, ਇਸ ਵਕਤ ਕੋਈ ਚੀਜ਼ ਮੇਰੇ ਤੋਂ ਲੁਕਾ ਰਿਹਾ। ਈਵਨ ਕਿ ਮੈਨੂੰ ਲੱਗਦਾ ਕੋਈ ਮਤਲਬ ਨਲਾਇਕ ਮਾਂ ਪਿਓ ਨਹੀਂ ਹੋਣਗੇ ਦੁਨੀਆ ਤੇ ਇਹੋ ਜਿਹੇ ਕਿ ਜਿਨ੍ਹਾਂ ਨੂੰ ਨਿਆਣਾ ਬਾਹਰ ਪੈਸੇ ਵੀ ਕਿੰਨੇ ਖਰਚ ਕੇ ਆਉਂਦਾ ਉਹਨਾਂ ਨੂੰ ਉਹ ਵੀ ਪਤਾ ਲੱਗ ਜਾਂਦਾ। ਮੈਨੂੰ ਬਿਨਾਂ ਗਿਣੇ ਪਤਾ ਲੱਗ ਜਾਂਦਾ ਕਿ ਅੱਜ ਮੇਰਾ ਨਿਆਣਾ ਬਾਹਰ ਕੁਛ ਜ਼ਿਆਦਾ ਖਾ ਕੇ ਆਇਆ ਕੰਟੀਨ 'ਚ, ਨਾ। ਉਹਦਾ ਕਾਰਨ ਹੁੰਦਾ ਕਿ ਆ ਕੇ ਉਹਨੇ ਕਹਿ ਦੇਣਾ ਮੈਂ ਅੱਜ ਰੋਟੀ ਨਹੀਂ ਖਾਣੀ, ਹੈ ਨਾ। ਤੇ ਮੈਨੂੰ ਲੱਗਦਾ ਕਿ ਨਿਆਣੇ ਵੀ ਬਹੁਤ ਕਈ ਵਾਰੀ ਫਾਇਦਾ ਚੁੱਕਦੇ ਆ। ਮੈਂ ਖੁਦ ਦੇਖਦੀ ਹਾਂ ਬੱਸਾਂ 'ਚ ਕਿ ਨਿਆਣਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੇ ਸਾਡਾ ਕੋਈ ਕਲਾਸਮੇਟ ਸਾਡੇ ਨਾਲ ਜਾ ਰਿਹਾ ਤਾਂ ਅਸੀਂ ਬੱਸ 'ਚ ਉਹਦੇ ਨਾਲ ਕਿਵੇਂ ਦਾ ਬਿਹੇਵ ਕਰਨਾ, ਹੈ ਨਾ। ਉਹ ਇੱਕ ਦੂਜੇ ਦੇ ਮੋਢਿਆਂ 'ਤੇ ਇੱਦਾਂ ਡਿੱਗਣਗੇ ਜਿਵੇਂ ਕਿ ਉਹ ਅੱਜ ਹੀ ਪਹਿਲੀ ਵਾਰ ਕਿਸੇ ਓਪੋਜਿਟ ਜੈਂਡਰ ਨਾਲ ਬੈਠੇ ਨੇ, ਹੈ ਨਾ। ਤੇ ਬਹੁਤ ਜ਼ਿਆਦਾ ਮਤਲਬ ਆਪਾਂ ਬਹੁਤ ਕਈ ਗੱਲਾਂ 'ਚ ਹੈਰਾਨ ਹੁੰਦੇ ਹਾਂ। ਜਿਵੇਂ ਡਾਕਟਰ ਮਮਤਾ ਸ਼ਰਮਾ ਨੇ ਕਿਹਾ ਸੀਗਾ ਕਿ 18 ਤੋਂ 25 ਸਾਲ ਦੀ ਏਜ 'ਚ ਬੱਚਿਆਂ ਦੇ ਕਿਵੇਂ ਦੇ ਇੱਕ ਦੂਜੇ ਨਾਲ ਰਿਲੇਸ਼ਨ ਨੇ ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਉਹ ਕਹਿੰਦੇ ਕਿ ਮੈਨੂੰ ਇਸ ਪ੍ਰੋਫੈਸ਼ਨ 'ਚ ਆ ਕੇ ਇਹ ਚੀਜ਼ ਮਤਲਬ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਬੱਚੇ ਕਿੰਨੀਆਂ ਪ੍ਰੋਬਲਮ 'ਚ ਨੇ, ਹੈ ਨਾ। ਇਹਦਾ ਮਤਲਬ ਕਿ ਨਿਆਣੇ ਨੂੰ ਪਤਾ ਹੀ ਨਹੀਂ ਕਿ ਕਿਸ ਉਮਰ 'ਚ ਮੈਂ ਆਪਣੇ ਸਰੀਰ ਨੂੰ ਕਿਵੇਂ ਯੂਜ਼ ਕਰ ਰਿਹਾ, ਹੈ ਨਾ। ਜਾਂ ਮੈਨੂੰ ਕਿੰਨੀ ਕੁ ਖੁੱਲ੍ਹ ਆ ਜਿਹੜੀ ਆਪਣੇ ਦੂਜੇ ਸਾਥੀ ਨੂੰ ਆਪਦੇ ਨਾਲ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ। ਉੱਥੇ ਨਿਆਣੇ ਵੀ ਫਾਇਦਾ ਚੁੱਕ ਲੈਂਦੇ ਨੇ ਇਸ ਚੀਜ਼ ਦੇ। ਪਰ ਮੈਨੂੰ ਲੱਗਦਾ ਕਿ ਜੇ ਤੁਸੀਂ 10 ਤੋਂ 15 ਸਾਲ ਤੱਕ ਨਿਆਣੇ ਨੂੰ ਸਹੀ ਤਰੀਕੇ ਨਾਲ ਸਮਝਾ ਰਹੇ ਹੋ ਉਹਦੇ ਸਰੀਰ ਬਾਰੇ, ਆਪਦੇ ਪਰਿਵਾਰ ਬਾਰੇ ਖਾਸ ਤੌਰ 'ਤੇ ਕਿ ਆਪਣਾ ਪਰਿਵਾਰ ਇਹ ਆ, ਉਹਦੇ ਤੌਰ ਤਰੀਕੇ ਇਹ ਨੇ, ਆਹ ਚੀਜ਼ਾਂ ਅਸੀਂ ਡਾਈਜੈਸਟ ਕਰ ਸਕਦੇ ਹਾਂ, ਆਹ ਚੀਜ਼ਾਂ ਸਾਡੇ ਪਾਚਨ ਤੋਂ ਬਾਹਰ ਨੇ, ਹੈ ਨਾ। ਤਾਂ ਮੈਨੂੰ ਲੱਗਦਾ ਨਿਆਣੇ ਨਹੀਂ ਗਲਤੀਆਂ ਕਰਦੇ। ਜਦੋਂ ਤੁਹਾਨੂੰ ਇਹੀ ਲੱਗਣ ਲੱਗ ਜਾਂਦਾ ਕਿ ਇਹਦੇ ਲਈ ਚੰਗਾ ਪਾਉਣਾ ਜ਼ਰੂਰੀ ਆ, ਚੰਗਾ ਖਾਣਾ ਜ਼ਰੂਰੀ ਆ, ਇਹਦੇ ਲਈ ਸੌਣ ਲਈ ਚੰਗਾ ਕਮਰਾ ਜ਼ਰੂਰੀ ਆ, ਤੇ ਉਹ ਉਦੋਂ ਅੱਗੇ ਪਿੱਛੇ ਤੁਸੀਂ ਆਪਦੇ ਨਿਆਣੇ ਨੂੰ ਦੇਖ ਨਹੀਂ ਰਹੇ, ਤਾਂ ਉਹ ਕਿਵੇਂ ਦੀ ਸੋਚ ਬਣਾ ਰਿਹਾ, ਉਹਨੇ ਕਿਵੇਂ ਦੇ ਦੋਸਤ ਬਣਾਏ ਨੇ, ਉਹ ਕਿਵੇਂ ਦੇ ਲੋਕਾਂ ਨੂੰ ਪਸੰਦ ਕਰ ਰਿਹਾ, ਤੁਹਾਨੂੰ ਕੀ ਪਤਾ। ਜਿਵੇਂ ਹੈ ਨਾ ਵੀ ਕਈ ਵਾਰੀ ਨਿਆਣੇ ਨੂੰ ਪਤਾ ਵੀ ਨਾ ਲੱਗੇ ਤੇ ਤੁਸੀਂ ਉਹਦੇ ਨਾਲ ਗੱਲ ਵੀ ਸਾਰੀ ਕਰ ਜਾਓ। ਮੈਨੂੰ ਲੱਗਦਾ ਕਿ ਦਿਨ ਦੇ ਵਿੱਚ ਘੰਟਾ ਜਾਂ 1.5 ਘੰਟਾ ਇਹੋ ਜਿਹਾ ਹੋਣਾ ਚਾਹੀਦਾ, ਜਾਂ ਖਾਣੇ ਦਾ ਕੋਈ ਵੀ ਸਮਾਂ ਇਹੋ ਜਿਹਾ ਹੋਣਾ ਚਾਹੀਦਾ ਜਿੱਥੇ ਤੁਸੀਂ ਸਾਰੇ ਜਣੇ ਇਕੱਠੇ ਬੈਠੇ ਹੋ ਤੇ ਤੁਸੀਂ ਉਸ ਚੀਜ਼ ਬਾਰੇ ਗੱਲਬਾਤ ਕਰ ਰਹੇ ਹੋ। ਫਿਰ ਵੀ ਨਾ ਕੌਨਸ਼ੀਅਸਲੀ ਅਨਕੌਨਸ਼ੀਅਸਲੀ ਜਦੋਂ ਨਿਆਣਾ ਬਾਹਰ ਕਿਤੇ ਕਿਸੇ ਦੇ ਨਾਲ ਵਿਚਰ ਰਿਹਾ ਆ ਤਾਂ ਉਹਦੇ ਦਿਮਾਗ 'ਚ ਇਹ ਚੀਜ਼ ਹੁੰਦੀ ਆ ਕਿ ਜੇ ਮੈਨੂੰ ਘਰੇ ਪੁੱਛ ਲਿਆ, ਹੈ ਨਾ। ਜਾਂ ਫਿਰ ਇਹ ਵੀ ਨਿਆਣੇ ਦੇ ਦਿਮਾਗ 'ਚ ਹੁੰਦੀ ਹੈ ਕਿ ਮੈਨੂੰ ਘਰੇ ਗਏ ਨੂੰ ਮੇਰੀ ਸਾਰੀ ਰੂਟੀਨ ਪੁੱਛੀ ਜਾਊਗੀ। ਕਈ ਵਾਰੀ ਮੰਨ ਲਓ ਜਿਵੇਂ ਹੁਣ ਕਾਲਜਾਂ ਦੇ ਨਿਆਣੇ ਨੇ ਪ੍ਰਾਈਵੇਟ ਬੱਸਾਂ 'ਤੇ ਜਾਂਦੇ ਨੇਗੇ, ਹੈ ਨਾ। ਤਾਂ ਕਈ ਵਾਰ ਮਾਂ-ਬਾਪ ਇਸ ਚੀਜ਼ ਵੱਲ ਵੀ ਨਹੀਂ ਧਿਆਨ ਦਿੰਦੇ ਵੀ ਅਸੀਂ ਉਹਨਾਂ ਨੂੰ ਇਹੀ ਪੁੱਛ ਲਈਏ ਵੀ ਤੁਸੀਂ ਕਿਹੜੀ ਬੱਸ 'ਚ ਕਿੱਥੋਂ ਚੜ੍ਹੇ ਸੀ, ਕਿੰਨੇ ਵਜੇ ਤੁਹਾਨੂੰ ਬੱਸ ਮਿਲ ਜਾਂਦੀ ਹੈ ਸੌਖੀ। ਇਹ ਨਹੀਂ ਕਿ ਇੱਕ ਰਿਪੋਰਟ ਦੇ ਵਾਂਗੂ ਤੁਸੀਂ ਉਹਨਾਂ ਨੂੰ ਪੁੱਛੋ, ਵੈਸੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਕਿ ਕਿੰਨੇ ਵਜੇ ਕਿੱਥੋਂ ਬੱਸ ਲੈਂਦੇ ਹੋ ਤੁਸੀਂ, ਬੱਸ ਮਿਲ ਜਾਂਦੀ ਆ, ਜਗ੍ਹਾ ਮਿਲ ਜਾਂਦੀ ਆ ਤੁਹਾਨੂੰ ਬੈਠਣ ਦੇ ਲਈ, ਜਾਂ ਖੜ੍ਹ ਕੇ ਆਉਣਾ ਪੈਂਦਾ ਤੁਹਾਨੂੰ, ਹੈ ਨਾ। ਜਾਂ ਗਰਮੀਆਂ ਨੇ ਹੁਣ ਤੁਹਾਨੂੰ ਔਖਾ ਲੱਗਦਾ ਹੋਣਾ, ਜਾਂ ਕੁਛ ਵੀ ਮਤਲਬ ਇੱਕ ਸਹਿਜ ਜਿਹੀ ਗੱਲਬਾਤ ਇੱਦਾਂ ਦੀ ਤੁਹਾਡਾ ਰਵੱਈਆ ਹੋਣਾ ਚਾਹੀਦਾ ਕਿ ਤੁਹਾਨੂੰ ਇਹ ਵੀ ਪਤਾ ਲੱਗ ਜਾਏ ਕਿ ਤੁਹਾਡਾ ਬੱਚਾ ਪੂਰੇ ਦਿਨ 'ਚ ਕਰਕੇ ਕੀ ਆਇਆ, ਹੈ ਨਾ। ਤੇ ਦੂਸਰੀ ਗੱਲ ਇਹ ਵੀ ਹਮੇਸ਼ਾ ਨਾ ਯਕੀਨ ਰੱਖੋ ਕਿ ਨਿਆਣਾ ਤੁਹਾਨੂੰ ਸੱਚ ਹੀ ਬੋਲ ਰਿਹਾ, ਬਿਲਕੁਲ, ਹੈ ਨਾ। ਆਪਾਂ ਨਿਆਣੇ ਨੂੰ ਇਹ ਚੀਜ਼ ਮਹਿਸੂਸ ਕਰਵਾਓ ਕਿ ਸਾਨੂੰ ਤੇਰੇ ਤੇ ਬਹੁਤ ਯਕੀਨ ਆ,
ਸਾਨੂੰ ਪਤਾ ਕਿ ਤੂੰ ਸਾਨੂੰ ਘਰੇ ਆ ਕੇ ਝੂਠ ਨਹੀਂ ਬੋਲੇਂਗਾ, ਜਾਂ ਸਾਨੂੰ ਇਹ ਵੀ ਯਕੀਨ ਆ ਕਿ ਤੂੰ ਸਾਡੇ ਨਾਲ ਹਰ ਤਰ੍ਹਾਂ ਦੀ ਗੱਲ ਸਾਂਝੀ ਕਰੇਂਗਾ, ਪਰ ਫਿਰ ਵੀ ਆਪਣੀਆਂ ਦੋਵੇਂ ਅੱਖਾਂ ਕਦੇ ਬੰਦ ਨਾ ਕਰੋ, ਹੈ ਨਾ। ਆਪਾਂ ਪਿਛਲੇ ਜਿਵੇਂ ਹੁਣ ਆਪਣੇ ਹਾਣ ਦੇ ਵੀ ਜਿਹੜੇ ਨਿਆਣੇ ਨੇ, ਜਾਂ ਆਪਾਂ ਆਪਣੀਆਂ ਰਿਸ਼ਤੇਦਾਰੀਆਂ 'ਚ ਵੀ ਦੇਖਦੇ ਹਾਂ, ਜਿਹੜੇ ਨਿਆਣੇ ਮਾਂ-ਬਾਪ ਆਪਣੇ ਨਿਆਣੇ ਦੀ ਗਲਤੀ ਨਹੀਂ ਨਾ ਕਦੇ ਮੰਨਦੇ, ਵੀ ਸਾਡਾ ਨਿਆਣਾ ਤਾਂ ਇਹ ਕਰ ਹੀ ਨਹੀਂ ਸਕਦਾ, ਸੱਚੀ ਸਭ ਤੋਂ ਵੱਧ ਉਹਨਾਂ ਦੇ ਨਿਆਣੇ ਵਿਗੜੇ ਨੇ, ਹੈ ਨਾ। ਤੇ ਇਹ ਵੀ ਨਹੀਂ ਹੈਗਾ ਕਿ ਤੁਸੀਂ ਨਿਆਣੇ ਨੂੰ ਇਹ ਚੀਜ਼ ਮਹਿਸੂਸ ਕਰਾਓ ਵੀ, ਜਾਂ ਕਈ ਵਾਰੀ ਜਿਵੇਂ ਆਪਾਂ ਫੀਲ ਕਰਦੇ ਹੁੰਦੇ ਸੀ ਵੀ ਯਾਰ ਸਾਡੇ ਘਰਦਿਆਂ ਨੂੰ ਸਾਡੇ ਤੇ ਯਕੀਨ ਨਹੀਂ ਹੈਗਾ, ਜਾਂ ਆਪਣੇ ਨਾਲ ਦੇ ਕੁਛ, ਸਾਡੇ ਨਾਲ ਵੀ ਕੁਛ ਇਦਾਂ ਦੇ ਦੋਸਤ ਸੀਗੇ ਜਿਹੜੇ ਬਹੁਤ ਵੱਡੀ ਉਮਰ ਤੱਕ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਘਰੇ ਨਹੀਂ ਦੱਸਦੇ ਸੀਗੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਸਾਡੀ ਗੱਲ ਉਵੇਂ ਸੁਣੀ ਹੋਈ ਨਹੀਂ ਜਾਣੀ ਜਿਵੇਂ ਅਸੀਂ ਦੱਸਾਂਗੇ, ਹੈ ਨਾ, ਜਾਂ ਬਿਨਾਂ ਗੱਲ ਤੋਂ ਇਸ ਚੀਜ਼ ਤੇ ਰਿਐਕਟ ਹੋ ਸਕਦਾ ਆ ਘਰੇ, ਹੈ ਨਾ। ਤੇ ਨਿਆਣੇ ਦੀ ਗੱਲ ਸੁਣੋ ਵੀ, ਉਹਨੂੰ ਇਹ ਵੀ ਮਹਿਸੂਸ ਕਰਾਓ ਵੀ ਉਹਦੇ ਮਾਂ-ਬਾਪ ਉਹਦੇ ਤੇ ਯਕੀਨ ਕਰਦੇ ਨੇ, ਉਹਨਾਂ ਨੂੰ ਭਰੋਸਾ ਉਹਦੇ ਤੇ, ਪਰ ਫਿਰ ਵੀ ਆਪਣੀਆਂ ਅੱਖਾਂ, ਦਿਲ, ਦਿਮਾਗ ਕਦੇ ਵੀ ਆਪਣੇ ਨਿਆਣੇ ਤੇ ਮੂਹਰੇ ਬੰਦ ਕਰਕੇ ਨਾ ਚੱਲੋ ਕਿ ਹਾਂ ਜੋ ਕਹਿ ਰਿਹਾ ਜਾਂ ਉਹ ਮਤਲਬ ਤੁਹਾਨੂੰ ਦੱਸ ਰਿਹਾ ਆ ਉਹ ਬਿਲਕੁਲ ਉਸੇ ਤਰ੍ਹਾਂ ਹੀ ਹੋਊਗਾ। ਬਾਹਰੋਂ ਅੰਦਰੋਂ ਤੁਹਾਨੂੰ ਆਪਣੇ ਬੱਚੇ ਬਾਰੇ ਕੁਝ ਸੁਣਨ ਨੂੰ ਮਿਲ ਰਿਹਾ ਆ ਤਾਂ ਉਸ ਚੀਜ਼ ਤੇ ਵੀ ਥੋੜ੍ਹਾ ਜਿਹਾ ਧਿਆਨ ਦੇਵੋ। ਇਹ ਨਹੀਂ ਕਿ ਨਿਆਣੇ ਨੂੰ ਜਾ ਕੇ ਘੂਰਨ ਲੱਗ ਜਾਓ ਜਾਂ ਉਹਨੂੰ ਡਾਇਰੈਕਟ ਪੁੱਛੋ। ਥੋੜ੍ਹੀ ਬਹੁਤੀ ਆਬਜ਼ਰਵੇਸ਼ਨ ਤਾਂ ਆਪਾਂ ਨੂੰ ਸਾਰਿਆਂ ਨੂੰ ਹੁੰਦੀ ਆ, ਜਿਵੇਂ ਤੁਸੀਂ ਕਿਹਾ ਕਿ ਆਪਾਂ ਨਿਆਣੇ ਦਾ ਇਹ ਵੀ ਦੱਸ ਦਿੰਦੇ ਹਾਂ ਕਿ ਅੱਜ ਇਹਨੇ ਬਾਹਰੋਂ ਕੁਝ ਖਾਧਾ ਹੋਊਗਾ, ਕਿਉਂਕਿ ਤੁਹਾਨੂੰ ਸਿੰਪਟਮਸ ਪਤਾ ਨੇ ਉਹਦੇ, ਹੈ ਨਾ, ਵੀ ਆਹ ਗੱਲ ਇਹਨੇ ਕਦੋਂ ਤੇ ਕਿੱਥੇ ਕਹੀ ਹੁੰਦੀ ਜਾਂ ਕਹਿਣੀ ਹੁੰਦੀ ਆ ਨਾ, ਕਿਹੜੇ ਮੌਕੇ। ਸੋ ਮੈਨੂੰ ਲੱਗਦਾ ਕਿ ਇਹ ਵੀ ਨਾ ਹੋਵੇ ਕਿ ਤੁਸੀਂ ਨਿਆਣਿਆਂ ਤੇ ਯਕੀਨ ਹੀ ਨਹੀਂ ਕਰ ਰਹੇ, ਉਹਨਾਂ ਨੂੰ ਸਮਝ ਹੀ ਨਹੀਂ ਰਹੇ। ਇਹ ਵੀ ਨਹੀਂ ਹੈਗਾ ਕਿ ਤੁਸੀਂ ਯਕੀਨ ਕਰ ਕਰਕੇ ਅੰਨਾ ਯਕੀਨ ਕਰੀ ਜਾਓ ਵੀ ਨਿਆਣੇ ਉਹਦਾ ਫਾਇਦਾ ਲੈ ਕੇ ਬਹੁਤ ਸਾਰੀਆਂ ਗਲਤੀਆਂ ਕਰ ਰਹੇ ਨੇ ਜ਼ਿੰਦਗੀ 'ਚ। ਅਸਲ 'ਚ ਨਿਆਣੇ ਮੈਨੂੰ ਲੱਗਦਾ ਉਨੇ ਕੁ ਸਮਝਦਾਰ ਹੀ ਹੋਣਗੇ ਜਿੰਨੇ ਕੁ ਸਮਝਦਾਰ ਤੁਸੀਂ ਮਾਂ ਪਿਓ ਹੋ, ਹਨਾ। ਕਈਆਂ ਨੂੰ ਤਾਂ ਸਿਰਫ ਇਹੀ ਲੱਗਦਾ ਹੁੰਦਾ ਵੀ ਬਸ ਮੇਰੇ ਨਿਆਣੇ ਨੂੰ ਵਧੀਆ ਕੱਪੜਾ ਪਾਉਣ ਨੂੰ ਦੇਵਾਂ, ਮੈਂ ਉਹਨੂੰ ਸਕੂਲ ਲਈ ਵਧੀਆ ਜੇਬ ਖਰਚ ਦੇਵਾਂ, ਉਹਦੇ ਕੋਲ ਆਹ ਚੀਜ਼ ਹੋਣੀ ਚਾਹੀਦੀ ਆ। ਮੈਨੂੰ ਲੱਗਦਾ ਕਿ ਮੈਂ ਇੱਕ ਵਾਰੀ ਨਾ ਇੱਕ ਛੋਟਾ ਜਿਹਾ ਆਰਟੀਕਲ ਲਿਖਿਆ ਸੀ ਕਿ ਤੁਹਾਡੇ ਨਿਆਣੇ ਨੂੰ ਤੁਹਾਡੀ ਜੇਬ 'ਚ ਝਾਕਣ ਦੀ ਆਦਤ ਪਾਓ, ਹਨਾ। ਉਹ ਲੋਕਾਂ ਨੇ ਉਸ ਚੀਜ਼ ਦਾ ਬੜਾ ਅਜੀਬ ਹੀ ਮਤਲਬ ਲੈ ਲਿਆ, ਹਨਾ। ਮੇਰਾ ਮਤਲਬ ਸੀਗਾ ਕਿ ਨਿਆਣੇ ਨੂੰ ਪਤਾ ਹੋਣਾ ਚਾਹੀਦਾ ਮਾਂ ਪਿਓ ਦੀ ਹੈਸੀਅਤ ਕੀ ਆ, ਹਨਾ। ਸਹੀ ਗੱਲ। ਤੇ ਜੇ ਤੁਸੀਂ ਨਿਆਣੇ ਨੂੰ ਇਹ ਚੀਜ਼ ਨਹੀਂ ਸਿਖਾਓਗੇ ਕਿ ਸਾਡੀ ਹੈਸੀਅਤ ਕੀ ਆ, ਮੈਨੂੰ ਲੱਗਦਾ ਤੁਹਾਡਾ ਨਿਆਣਾ ਕਦੀ ਜ਼ਿੰਦਗੀ 'ਚ ਪੈਸੇ ਨੂੰ ਲੈ ਕੇ ਕਾਮਯਾਬ ਨਹੀਂ ਹੁੰਦਾ, ਹਨਾ। ਹੁਣ ਮੈਂ ਚਾਹੇ ਅਸੀਂ ਬਹੁਤ ਚੀਜ਼ਾਂ ਨੇ ਜਿਹੜੀਆਂ ਅਸੀਂ ਕਰ ਸਕਦੇ ਹਾਂ, ਪਰ ਅਸੀਂ ਨਹੀਂ ਕਰਦੇ। ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਵੀ ਆਹ ਚੀਜ਼ ਸਿਰਫ ਇੰਨੇ ਸਮੇਂ ਬਾਅਦ ਹੀ ਹੋਊਗੀ, ਹਨਾ। ਜੇ ਆਹ ਚੀਜ਼ ਲੈ ਕੇ ਦੇ ਸਕਦੇ ਇੰਨੇ ਸਮੇਂ ਬਾਅਦ ਹੀ ਲੈ ਕੇ ਦੇ ਸਕਦੇ ਹਾਂ। ਕਈ ਚੀਜ਼ਾਂ ਨੇ ਨਿਆਣੇ ਲੋੜ ਤੋਂ ਪਹਿਲਾਂ ਹੀ ਮੰਗਣੀਆਂ ਸ਼ੁਰੂ ਕਰ ਦਿੰਦੇ ਨੇ। ਉਹ ਦੇਖ ਲੈਣਗੇ ਕਿ ਫਲਾਣੇ ਬੰਦੇ ਕੋਲ ਹੈਗੀ ਆ, ਉਹਦੀ ਉਮਰ ਨਹੀਂ ਦੇਖਣਗੇ, ਉਹਦਾ ਘਰ-ਬਾਰ ਨਹੀਂ ਦੇਖਦੇ। ਤਾਂ ਜਿਵੇਂ ਦਾਦਾ ਦਾਦੀਆਂ ਨੂੰ ਆਦਤ ਹੁੰਦੀ ਆ, ਉਹ ਕਹਿਣਗੇ ਕੋਈ ਨਹੀਂ ਅਸੀਂ ਕਰ ਦਾਂਗੇ ਤੁਹਾਡੇ ਲਈ। ਅਸੀਂ ਫਿਰ ਉੱਥੇ ਵੀ ਅਸੀਂ ਇਹ ਚੀਜ਼ ਕਹਿੰਦੇ ਹਾਂ ਕਿ ਤੁਸੀਂ ਕਰ ਸਕਦੇ ਹੋ, ਬਹੁਤ ਚੰਗੀ ਗੱਲ ਆ, ਹਨਾ, ਪਰ ਹਾਲੇ ਇਹਨੂੰ ਲੋੜ ਨਹੀਂ ਹੈਗੀ ਇਸ ਚੀਜ਼ ਦੀ। ਕਈ ਵਾਰੀ ਨਾ ਗੁਰਦੀਪ ਆਪਾਂ ਮਤਲਬ ਹਰੇਕ ਮਾਂ ਪਿਓ ਨੂੰ ਚਾਅ ਲਾਡ ਹੁੰਦਾ ਆਪਦੇ ਨਿਆਣੇ ਨਾਲ, ਚਾਅ ਲਾਡ ਦੇ ਚੱਕਰ 'ਚ ਹੀ ਅਸੀਂ ਉਹਨਾਂ ਨੂੰ ਇੰਨੀਆਂ ਚੀਜ਼ਾਂ ਸਮੇਂ ਤੋਂ ਪਹਿਲਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਾਂ ਕਿ ਕਿਤੇ ਨਾ ਕਿਤੇ ਵਿਗੜਨ ਦਾ ਕਾਰਨ ਹੀ ਅਸੀਂ ਬਣ ਜਾਂਦੇ ਹਾਂ, ਹੈ ਨਾ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਕੱਲ੍ਹ ਗੁਰਨੂਰ 'ਚ ਕਿੰਨੇ ਚੇਂਜ ਆ ਰਹੇ ਨੇ। ਉਹ ਕਈ ਵਾਰੀ ਸ਼ਾਮ ਜੇ ਨੂੰ ਵਾਲ ਖੋਲ੍ਹ ਕੇ ਸ਼ੀਸ਼ੇ ਅੱਗੇ ਕਿੰਨਾ ਚਿਰ ਖੜੀ ਰਹਿੰਦੀ ਹੈ, ਨਾ। ਮੈਨੂੰ ਲੱਗਦਾ ਕਿ ਸ਼ਾਇਦ ਜੇ ਆਪਾਂ ਆਪਣੀਆਂ ਮਾਵਾਂ ਦੇ ਹਿਸਾਬ ਨਾਲ ਸੋਚੋ, ਉਹਨਾਂ ਨੂੰ ਕਹਿਣਾ ਸੀ ਹਾਲੇ ਤੇਰੇ ਵਾਲ ਹੀ ਨਹੀਂ ਸੈੱਟ ਆਏ, ਝਿੜਕਾਂ ਪੈ ਬੁਰਾ ਹਾਲ ਹੋ ਜਾਂਦਾ ਸੀ ਕਿ ਸ਼ਾਮ ਨੂੰ ਕਾਹਤੋਂ ਖੋਲ੍ਹੇ ਨੇ ਇਸ ਟਾਈਮ। ਮੈਂ ਦੇਖਦੀ ਹਾਂ ਵੀ ਮੇਰੇ ਨਿਆਣੇ 'ਚ ਇੱਕ ਬਦਲਾਅ ਆ ਰਿਹਾ। ਜਿਵੇਂ ਮੈਨੂੰ ਚੰਗਾ ਲੱਗਦਾ ਕਿ ਮੈਂ ਬਾਹਰ ਸੋਹਣਾ ਬਣ ਕੇ ਜਾਵਾਂ, ਮੇਰੇ ਬੱਚੇ ਨੂੰ ਵੀ ਚੰਗਾ ਲੱਗਦਾ ਕਿ ਮੈਂ ਆਪਣੇ ਆਪ 'ਚ ਕੁਛ ਸੋਹਣਾ ਕਰਾਂ, ਹਨਾ। ਕਈ ਮਾਂ ਪਿਓ ਘਰੇ ਨਿਆਣੇ ਨੂੰ ਚੱਜ ਦੇ ਕੱਪੜਾ ਨਹੀਂ ਪਾਉਣ ਦਿੰਦੇ। ਉਹ ਕਹਿਣਗੇ ਵੀ ਆਹ ਤਾਂ ਤੇਰਾ ਗਿੱਟਿਆਂ ਤੱਕ ਹੀ ਹੋਣਾ ਚਾਹੀਦਾ, ਆਹ ਤੇਰੀਆਂ ਬਾਹਾਂ ਇੱਦਾਂ ਹੀ ਹੋਣੀਆਂ ਚਾਹੀਦੀਆਂ। ਫਿਰ ਉਹ ਨਿਆਣਾ ਬਾਹਰ ਜਾ ਕੇ ਆਪਦੇ ਸ਼ੌਂਕ ਪੂਰੇ ਕਰਦਾ, ਹੋਸਟਲ 'ਚ ਰਹਿ ਕੇ ਜਾਂ ਕਿਤੇ ਹੋਰ, ਹਨਾ। ਇਹ ਆਪਾਂ ਦੇਖਿਆ ਭੈਣੇ, ਜਦੋਂ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਬਹੁਤ ਸਿਆਣੇ ਆ ਜਾਂ ਆਪਣੇ ਘਰ ਦਾ ਮਾਹੌਲ ਬਹੁਤ ਵਧੀਆ ਸੀ ਜਾਂ ਸਾਡੇ ਮਾਂ-ਬਾਪ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ, ਪਰ ਇਹ ਚੀਜ਼ ਮੈਂ ਜ਼ਰੂਰ ਦੇਖੀ ਆਪਣੀ ਜ਼ਿੰਦਗੀ 'ਚ ਵੀ ਜਿਸ ਨਿਆਣੇ ਨੂੰ ਘਰੋਂ ਬਹੁਤ ਜ਼ਿਆਦਾ ਹੱਦੋਂ ਵੱਧ ਰੋਕ ਟੋਕ ਹੁੰਦੀ ਆ, ਵੀ ਉਹ ਇਹ ਨਾ ਵੀ ਇੱਕ ਲਾਈਨ ਆ, ਉਹ ਬਹੁਤ ਹੀ ਫਾਈਨ ਜਿਹੀ ਲਾਈਨ ਆ, ਬਸ ਉਹਨੂੰ ਸਮਝਣਾ ਆਪਾਂ ਵੀ ਯਕੀਨ ਕਰਨਾ ਵੀ ਹੈ ਨਿਆਣੇ ਤੇ ਇਹ ਵੀ ਨਹੀਂ ਵੀ ਅੰਨਾ ਯਕੀਨ ਕਰਕੇ ਤੁਸੀਂ ਮਤਲਬ ਨਿਆਣਾ ਹੀ ਹੱਥੋਂ ਗਵਾ ਲਿਆ, ਨਾ। ਵੀ ਜਿਹੜੇ ਨਿਆਣਿਆਂ ਤੇ ਘਰੇ ਬਹੁਤ ਜ਼ਿਆਦਾ ਸਟ੍ਰਿਕਟਨੈਸ, ਸਖਤੀ ਹੁੰਦੀ ਸੀਗੀ, ਉਹ ਨਿਆਣੇ ਬਾਹਰ ਮੈਂ ਸਭ ਕੁਝ ਕਰਦੇ ਦੇਖੇ ਨੇ। ਬਿਲਕੁਲ। ਜਿਵੇਂ ਤੁਸੀਂ ਕਿਹਾ ਕਿ ਕੱਪੜਿਆਂ ਦੀ ਰੋਕ ਟੋਕ, ਉਹ ਫਿਰ ਕਿਸੇ ਇੱਕ ਮੌਕੇ ਤੇ ਜਾ ਕੇ ਤਾਂ ਉਹ ਅੰਦਰੋਂ ਚੀਜ਼ਾਂ ਨਿਕਲਦੀਆਂ ਨੇ ਤੁਹਾਡੀਆਂ, ਹਨਾ। ਜਿਵੇਂ ਹੁਣ ਸਾਨੂੰ ਇਹ ਕਿਹਾ ਜਾਂਦਾ ਹੁੰਦਾ ਸੀ ਸਾਡੇ ਫਾਦਰ ਵੱਲੋਂ, ਜੋ ਮਰਜ਼ੀ ਕੱਪੜਾ ਪਾਓ, ਜੋ ਮਰਜ਼ੀ ਖਾਓ ਪੀਓ, ਪਰ ਜਿੱਥੇ ਤੁਸੀਂ ਖੜੇ ਹੋ ਤੁਸੀਂ ਇਕੱਲੇ ਨਹੀਂ ਖੜੇ, ਤੁਹਾਡਾ ਦਾਦਾ ਵੀ ਤੁਹਾਡੇ ਨਾਲ ਖੜਾ, ਤੁਹਾਡਾ ਪਿਓ ਵੀ ਤੁਹਾਡੇ ਨਾਲ ਖੜਾ ਤੇ ਤੁਹਾਡਾ ਭਰਾ ਵੀ ਤੁਹਾਡੇ ਨਾਲ ਖੜਾ। ਤੁਸੀਂ ਦੱਸ ਰਹੇ ਹੋ ਵੀ ਤੁਸੀਂ ਕਿਹੜੇ ਪਰਿਵਾਰ ਦੇ ਨਿਆਣੇ ਹੋ, ਨਾ।
ਮੈਨੂੰ ਲੱਗਦਾ ਕਿ ਉਹ ਇੰਨੀ ਕੁ ਗੱਲ ਵੀ ਬਹੁਤ ਹੁੰਦੀ ਆ, ਹਾਂ ਹੈ ਨਾ। ਦੇਖੋ ਆਪਾਂ ਨਾ ਜ਼ਿਆਦਾ ਮਾਹੌਲ ਆਪਾਂ ਕੁੜੀਆਂ ਲਈ ਖਰਾਬ ਕਰ ਲੈਂਦੇ ਆ। ਆਪਾਂ ਕੁੜੀ 'ਚ ਛੋਟਾ ਜਿਹਾ ਬਦਲਾਅ ਨਹੀਂ ਬਰਦਾਸ਼ਤ ਕਰ ਸਕਦੇ, ਹੈ ਨਾ। ਆਪਾਂ ਕਹਿੰਦੇ ਕਿ ਇਹਨੂੰ ਤਾਂ ਜ਼ਰੂਰਤ ਨਹੀਂ ਇਸ ਚੀਜ਼ ਦੀ, ਤੇਰੇ 'ਚ ਕਿਵੇਂ ਹੋ ਗਿਆ। ਹੁਣ ਮੈਂ ਜਦੋਂ ਗੁਰਨੂਰ 'ਚ ਕੋਈ ਬਦਲਾਅ ਮਹਿਸੂਸ ਕਰਦੀ ਹਾਂ, ਸੇਮ ਮੈਂ ਆਪਣੇ ਮੁੰਡੇ 'ਚ ਵੀ ਕਰਦੀ ਹਾਂ। ਉਹ ਹਾਲੇ 10 ਸਾਲ ਦਾ, ਸ਼ਾਮ ਨੂੰ ਉਹ ਆਪ ਨਹਾਉਂਦਾ ਤੇ ਉਹਨੂੰ ਹੁੰਦਾ ਕਿ ਮੈਂ ਆਪਣੇ ਵਾਲਾਂ ਨੂੰ ਖੁਦ ਤੇਲ ਲਾ ਕੇ ਕੰਘੀ ਕਰਾਂ। ਮੈਂ ਕਈ ਵਾਰ ਦੇਖਦੀ ਹੁੰਦੀ ਹਾਂ ਕਿ ਉਹ ਮਤਲਬ ਆਪ ਕਰ ਰਿਹਾ ਇਹ ਸਾਰੀਆਂ ਚੀਜ਼ਾਂ ਨਾ। ਉਹਦਾ ਮੇਰੇ ਨਾਲ ਗੱਲ ਕਰਨ ਦਾ ਢੰਗ ਹੋਰ ਹੁੰਦਾ, ਜਦੋਂ ਉਹਦੇ ਕਿਸੇ ਦੋਸਤ ਦਾ ਫੋਨ ਹੁੰਦਾ ਉਦੋਂ ਉਹਦਾ ਢੰਗ ਹੀ ਬਦਲ ਜਾਂਦਾ ਨਾ। ਇਹਦਾ ਮਤਲਬ ਬਦਲ ਤਾਂ ਸਾਰਾ ਕੁਝ ਮੁੰਡੇ 'ਚ ਵੀ ਰਿਹਾ, ਤੇ ਅਸੀਂ ਸਿਰਫ ਜ਼ਿਆਦਾ ਤਵੱਜੋ ਕੁੜੀਆਂ ਵਾਲੇ ਢੰਗਾਂ ਨੂੰ ਦੇਣ ਲੱਗ ਜਾਂਦੇ ਵੀ ਤੂੰ ਕਿਉਂ ਕਹਿਤਾ ਮੈਂ ਇਹੋ ਜਿਹੇ ਕੱਪੜੇ ਪਾ ਕੇ ਜਾਊਂਗੀ, ਤੂੰ ਕਿਉਂ ਕਿਹਾ ਮੈਂ ਆਹ ਚੀਜ਼ ਕਰਕੇ ਜਾਊਂਗੀ, ਹੈ ਨਾ। ਕਿਤੇ ਨਾ ਕਿਤੇ ਮਾਹੌਲ ਅਸੀਂ ਇਸ ਚੀਜ਼ ਲਈ ਖਰਾਬ ਕਰ ਲੈਂਦੇ ਹਾਂ। ਤੇ ਦੂਜੀ ਨਾ ਮਤਲਬ ਗੱਲ ਤਾਂ ਛੋਟੀ ਜਿਹੀ, ਆਪਣਾ ਪ੍ਰੋਗਰਾਮ ਲੰਮਾ ਹੋ ਗਿਆ। ਕਈ ਵਾਰੀ ਨਾ ਮਾਂ ਪਿਓ ਨੂੰ ਆਦਤ ਹੁੰਦੀ ਹੈ ਕਿ ਜੇ ਉਹਨਾਂ ਨੇ ਆਪਣੀ ਘਰ ਵਾਲੀ 'ਚ ਬੰਦੇ ਨੇ ਕੋਈ ਗਲਤੀ ਕਰਨੀ, ਉਹ ਨਿਆਣਿਆਂ ਸਾਹਮਣੇ ਕੱਢਣ ਲੱਗ ਜਾਂਦੇ ਨੇ। ਮਾਂ ਵੀ ਐਵੇਂ ਹੀ ਕਰਦੀ ਆ। ਹੋ ਸਕਦਾ ਮੈਂ ਵੀ ਕਦੀ ਦੁਖੀ ਹੋ ਕੇ ਮਤਲਬ ਸਾਰਾ ਗੁਬਾਰ ਆਪਣੇ ਨਿਆਣਿਆਂ ਨੂੰ ਸੁਣਾ ਦਿੰਦੀ ਹੋਵਾਂ ਨਾ, ਪਰ ਮੈਂ ਕਦੀ ਇਹੋ ਜਿਹਾ ਕੁਛ ਕੀਤਾ ਨਹੀਂ। ਮੈਨੂੰ ਲੱਗਦਾ ਕਿ ਨਿਆਣਿਆਂ ਦੇ ਮਨ 'ਚ ਨਾ ਮਾਂ ਤੇ ਪਿਓ ਦੀ ਇੱਜ਼ਤ ਬਰਾਬਰ ਹੋਣੀ ਚਾਹੀਦੀ ਹੈ, ਇੱਕੋ ਹੋਣੀ ਚਾਹੀਦੀ ਹੈ, ਬਿਲਕੁਲ। ਜਿੱਥੇ ਨਿਆਣੇ ਨੂੰ ਪਤਾ ਲੱਗ ਜਾਂਦਾ ਕਿ ਮਾਂ ਪਿਓ ਆਪਸ ਵਿੱਚ ਇੱਕ ਦੂਜੇ ਨੇ ਇੱਜ਼ਤ ਨਹੀਂ ਕਰਦੇ, ਨਿਆਣੇ ਤੁਹਾਨੂੰ ਆਪਦੇ ਫੈਸਲਿਆਂ 'ਚ ਸ਼ਾਮਿਲ ਨਹੀਂ ਕਰਦੇ ਕਦੇ ਵੀ। ਉਹਨਾਂ ਨੂੰ ਲੱਗਦਾ ਕਿ ਤੁਸੀਂ ਤਾਂ ਆਪਣੀਆਂ ਨਜਿੱਠ ਹੋ ਰਹੀਆਂ ਤੁਹਾਡੇ ਤੋਂ, ਹੈ ਨਾ। ਦੂਸਰਾ ਉਹ ਇਸ ਚੀਜ਼ ਦਾ ਫਾਇਦਾ ਵੀ ਲੈਂਦੇ ਨੇ ਕਿ ਮੰਮਾ ਪਾਪਾ ਦੀ ਆਪਸ 'ਚ ਸੋਚ ਨਹੀਂ ਰਲਦੀ, ਇਹਨਾਂ ਦੇ ਓਪੀਨੀਅਨ ਡਿਫਰੈਂਟ ਨੇ ਇੱਕ ਦੂਜੇ ਨਾਲੋਂ। ਜੇ ਮੰਮਾ ਨਹੀਂ ਮੰਨੀ ਤੇ ਪਾਪਾ ਨੂੰ ਮਨਾ ਸਕਦੇ ਹਾਂ। ਸਹੀ ਗੱਲ ਹੈ। ਤੇ ਮੈਂ ਇਦਾਂ ਦੇ ਇੱਕ ਕਪਲ ਦੀ ਇੰਟਰਵਿਊ ਸੁਣੀ ਸੀਗੀ, ਹੈ ਨਾ। ਕਰਮਜੀਤ ਥਿੰਦ ਕੋਈ ਪ੍ਰੋਫੈਸਰ ਨੇ, ਉਹਨਾਂ ਨੇ ਆਪਣੀ ਵਾਈਫ ਨਾਲ ਇੰਟਰਵਿਊ ਕੀਤੀ ਸੀ। ਉਹ ਕਹਿੰਦੇ ਕਿ ਅਸੀਂ ਹਮੇਸ਼ਾ, ਇਹ ਨਹੀਂ ਹੈਗਾ ਕਿ ਉਹਨਾਂ ਦੇ ਵਿਆਹ ਨੂੰ 45 ਸਾਲ ਹੋ ਗਏ ਸੀ, ਕਿ ਅਸੀਂ ਕਦੀ ਲੜੇ ਨਹੀਂ। ਉਹ ਕਹਿੰਦੇ ਸਾਡੇ ਲੜਨ ਦਾ ਇੱਕ ਢੰਗ ਆ ਵੀ ਜੇ ਮੇਰੀ ਵਾਈਫ ਨੇ ਨਿਆਣਿਆਂ ਲਈ ਕੋਈ ਫੈਸਲਾ ਕਰਤਾ, ਮੈਂ ਉਹਨੂੰ ਕਮਰੇ 'ਚ ਆ ਕੇ ਕਹਿੰਦਾ ਹੁੰਦਾ ਸੀ ਤੂੰ ਇਹ ਗਲਤ ਫੈਸਲਾ ਕੀਤਾ, ਪਰ ਮੈਂ ਕਦੀ ਨਿਆਣਿਆਂ ਸਾਹਮਣੇ ਨਹੀਂ ਕਿਹਾ ਸੀਗਾ ਵੀ ਤੂੰ ਇਹ ਫੈਸਲੇ ਗਲਤ ਨੇ, ਹੈ ਨਾ। ਤੇ ਕਹਿੰਦੇ ਉਸੇ ਤਰ੍ਹਾਂ ਮੇਰੇ ਨਾਲ ਵੀ ਹੋਇਆ ਵੀ ਇਹਨੇ ਕਦੀ ਮੈਨੂੰ ਮੇਰੇ ਨਿਆਣਿਆਂ ਸਾਹਮਣੇ ਨਹੀਂ ਕਿਹਾ। ਤੇ ਮੈਂ ਦੇਖਦੀ ਹਾਂ ਕਿ ਜਦੋਂ ਕਈ ਵਾਰੀ ਮੈਂ ਆਪਦੀ ਕੁੜੀ ਨੂੰ ਝਿੜਕਦੀ ਹਾਂ ਤਾਂ ਸੰਤ ਸਾਹਿਬ ਕਹਿਣਗੇ ਕਿ ਤੂੰ ਇਹ ਗਲਤ ਕਰ ਰਹੀ ਆ, ਹੈ ਨਾ। ਮਤਲਬ ਪਿਓ ਨੂੰ ਕੁੜੀਆਂ ਨਾਲ ਹੁੰਦਾ ਹੀ ਹੁੰਦਾ, ਉਹ ਮੈਨੂੰ ਕਹਿ ਦਿੰਦੇ ਆ ਵੀ ਤੂੰ ਥੋੜੀ ਜ਼ਿਆਦਾ ਸਖਤ ਆ, ਜਦ ਕਿ ਮੈਨੂੰ ਲੱਗਦਾ ਵੀ ਮੈਂ ਤਾਂ ਬਹੁਤ ਹੀ ਨਰਮ ਆਪਦੇ ਜਵਾਕਾਂ ਨਾਲ, ਹੈ ਨਾ। ਮੈਨੂੰ ਲੱਗਦਾ ਕਿ ਇਹੋ ਜਿਹੀਆਂ ਗੱਲਾਂ ਵੀ ਨਾ, ਜੇ ਪਿਓ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਜ਼ਿਆਦਾ ਖੁੱਲ੍ਹ ਦੇ ਰਿਹਾ ਜਾਂ ਮਾਂ ਦੇ ਰਹੀ ਹੈ ਬੱਚਿਆਂ ਨੂੰ, ਤੁਹਾਨੂੰ ਮੈਨੂੰ ਲੱਗਦਾ ਇਹ ਵੀ ਨਾ ਉਹਨਾਂ ਦੇ ਕਦੀ ਸਾਹਮਣੇ ਨਹੀਂ ਕਰਨੀਆਂ ਚਾਹੀਦੀਆਂ। ਤੇ ਫਿਰ ਉਹਨਾਂ ਨੂੰ ਲੱਗਦਾ ਕਿ ਜਿਹੜਾ ਫੈਸਲਾ ਮਾਂ ਨੇ ਕੀਤਾ ਇਹਦਾ ਮਤਲਬ ਇਹ ਪਿਓ ਦੀ ਸਹਿਮਤੀ ਨਾਲ ਹੋਇਆ, ਜੇ ਪਿਓ ਨੇ ਕੀਤਾ ਤਾਂ ਮਾਂ ਦੀ ਸਹਿਮਤੀ ਨਾਲ ਹੋਇਆ, ਹੈ ਨਾ। ਤੇ ਵਿਆਹਾਂ ਸ਼ਾਦੀਆਂ ਦੇ ਫੈਸਲੇ ਜਿਵੇਂ ਤੁਸੀਂ ਇਕੱਠੇ ਹੋ ਕੇ ਲੈਂਦੇ ਹੋ ਨਾ ਵੀ ਬੱਚੇ ਲਈ ਇਹ ਸਹੀ ਆ, ਉਵੇਂ ਮੈਨੂੰ ਲੱਗਦਾ ਛੋਟੇ ਹੁੰਦੇ ਵੀ ਉਹਨਾਂ ਦੇ ਫੈਸਲੇ ਤੁਹਾਡੇ ਦੋਨਾਂ ਦੇ ਤਾਲਮੇਲ ਨਾਲ ਹੋਣੇ ਚਾਹੀਦੇ। ਦੂਸਰੀ ਗੱਲ ਮੈਨੂੰ ਲੱਗਦਾ ਵੀ ਜਿਵੇਂ ਜਿਹੜੀ ਤੁਸੀਂ ਕੱਪੜਿਆਂ ਦੀ ਗੱਲ ਕੀਤੀ ਸੀਗੀ, ਤਾਂ ਉਹ ਮੈਨੂੰ ਲੱਗਦਾ ਕਿ ਜਦੋਂ ਕੁੜੀ ਘਰੋਂ ਕੱਪੜੇ ਪਾ ਕੇ ਨਿਕਲਦੀ, ਚਾਹੇ ਉਹ ਜਿਹੜੀ ਮਰਜ਼ੀ ਉਮਰ ਦੀ ਹੋਵੇ, ਜਿਵੇਂ ਮੈਂ ਅਨੰਤ ਜਦੋਂ ਕਿਤੇ ਬਾਹਰ ਜਾਂਦੀ ਉਹਲੇ ਤਾਂ ਬਹੁਤ ਛੋਟੀ ਆ ਉਹ, ਹੈ ਨਾ। ਪਰ ਫਿਰ ਵੀ ਮੈਂ ਕਹਿੰਦੀ ਹਾਂ ਵੀ ਜੇ ਉਹ ਅੱਜ ਤੋਂ 10 ਸਾਲ ਬਾਅਦ ਵੀ ਮੈਂ ਗੱਲ ਕਰਾਂ, ਜਦੋਂ ਉਹ ਆਪਣੀ ਟੀਨੇਜ 'ਚ ਹੋਊਗੀ ਨਾ, ਮੈਨੂੰ ਹਮੇਸ਼ਾ ਕਹੂੰਗੀ ਕਿ ਪਾਪਾ ਨੂੰ ਵੀ ਦਿਖਾ ਕੇ ਆਓ। ਉਹਦੇ ਮਤਲਬ ਇਹ ਨਹੀਂ ਹੁੰਦਾ ਕਿ ਹਾਂ ਉਹਦੇ ਫਾਦਰ ਅਪਰੂਵ ਕਰਨਗੇ ਕਿ ਉਹ ਕਿਹੋ ਜਿਹਾ ਕੱਪੜਾ ਪਾ ਕੇ ਬਾਹਰ ਜਾ ਸਕਦੀ ਹੈ ਜਾਂ ਨਹੀਂ ਜਾ ਸਕਦੀ। ਮੈਨੂੰ ਬਸ ਇਹ ਫੀਲਿੰਗ ਦਿਖਾਉਣਾ ਚਾਹੁੰਦੀ, ਮਤਲਬ ਉਹਦੇ ਅੰਦਰ ਇਹ ਫੀਲਿੰਗ ਡਿਵੈਲਪ ਕਰਨਾ ਚਾਹੁੰਦੀ ਹੈ ਕਿ ਤੇਰੇ ਮਾਂ-ਬਾਪ ਨੂੰ ਤੇਰੀ ਹਰ ਗੱਲ ਦੇ ਨਾਲ ਕੰਸਰਨ ਆ, ਹੈ ਨਾ। ਜੇ ਕਈ ਵਾਰ ਉਹ ਕਹਿ ਵੀ ਦਿੰਦੇ ਨਾਲ ਤੇ ਇਹ ਜਚਿਆ ਨਹੀਂ ਹੈਗਾ ਤੇਰੇ ਤੇ, ਮੰਮਾ ਨੂੰ ਕਿ ਇਹ ਚੇਂਜ ਕਰਦੇ, ਹੈ ਨਾ, ਜਾਂ ਆਹ ਕਲਰ ਨਹੀਂ ਸੋਹਣਾ ਲੱਗਿਆ, ਆਹ ਤਾਂ ਤੇਰਾ ਮੈਚ ਹੀ ਨਹੀਂ ਕਰਦਾ ਹੈਗਾ, ਉਹ ਫਿਰ ਕਹਿ ਦਿੰਦੀ ਹੈ ਤੇ ਮੈਂ ਉਹ ਕਰ ਦਿੰਦੀ ਹੁੰਦੀ ਹਾਂ ਚੇਂਜ, ਹੈ ਨਾ। ਫਿਰ ਕੱਲ੍ਹ ਨੂੰ ਜਦੋਂ 10 ਸਾਲ ਬਾਅਦ ਅਸੀਂ ਇਹਨੂੰ ਇਹ ਚੀਜ਼ ਕਹੀਏ, ਉਹ 10 ਸਾਲ ਬਾਅਦ ਉਹਨੂੰ ਐਂ ਨਾ ਲੱਗੇ ਕਿ ਸਡਨਲੀ ਮੇਰੇ ਕੱਪੜਿਆਂ ਤੇ ਕਿਉਂ ਬਦਲ ਗਿਆ ਸਾਰਾ ਕੁਝ, ਵੀ ਇੱਕੋਦਮ ਮੇਰੇ ਫਾਦਰ ਜਾਂ ਮੇਰੇ ਮਦਰ ਮੇਰੇ ਕੱਪੜਿਆਂ ਤੇ ਕਿਉਂ ਧਿਆਨ ਦੇਣ ਲੱਗ ਗਏ, ਹੈ ਨਾ। ਉਹੀ ਹੈ ਵੀ ਸ਼ੁਰੂ ਤੋਂ ਹੀ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਬਹੁਤ ਪਰਫੈਕਟ ਆ, ਵੀ ਜਿਵੇਂ ਆਪਾਂ ਵੀ ਆਪਣੀ ਜ਼ਿੰਦਗੀ ਤੋਂ ਜਾਂ ਆਪਣੇ ਬਚਪਨ ਤੋਂ ਆਪਣੀ ਜਵਾਨੀ 'ਚੋਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਨੇ, ਜਾਂ ਬਹੁਤ ਸਾਰੇ ਤੁਸੀਂ ਇੱਦਾਂ ਦੇ ਲੋਕਾਂ ਨੂੰ ਇਸ ਪ੍ਰੋਫੈਸ਼ਨ 'ਚ ਮਿਲਦੇ ਹੋ ਜਿਹੜੇ ਕਿ ਤੁਹਾਨੂੰ ਬੜੇ ਲਾਈਫ ਲੈਸਨਸ ਦੇ ਕੇ ਜਾਂਦੇ ਨੇ। ਜਿਵੇਂ ਮੈਂ ਹੁਣੇ ਉਹਨਾਂ ਦੀ ਐਗਜ਼ਾਮਪਲ ਦਿੱਤੀ ਸੀ ਕਿ ਨਿਆਣਿਆਂ ਦੇ ਇੰਟਰਸਟ ਡਿਵੈਲਪ ਕਰਨੇ ਸ਼ੁਰੂ ਤੋਂ ਹੀ, ਹੈ ਨਾ। ਸੋ ਤੁਹਾਨੂੰ ਪਤਾ ਹੈ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ, 10 ਸਾਲਾਂ ਨੂੰ 15 ਸਾਲਾਂ ਨੂੰ ਨਿਆਣੇ ਦਾ ਸੁਭਾਅ, ਨਿਆਣੇ ਦਾ ਮਤਲਬ ਰਹਿਣ ਸਹਿਣ ਕਿਵੇਂ ਦਾ ਹੋਣ ਵਾਲਾ ਆ, ਤਾਂ ਉਦੋਂ ਅਸੀਂ ਉਹਨੂੰ ਜਾ ਕੇ ਇੱਕਦਮ ਟੋਕਾਂਗੇ ਤਾਂ ਉਹਨੂੰ ਬੁਰਾ ਲੱਗੂਗਾ। ਉਦੋਂ ਅਸੀਂ ਉਹਦੇ ਕੱਪੜਿਆਂ ਨੂੰ ਲੈ ਕੇ ਕੰਸਰਨ ਦਿਖਾਵਾਂਗੇ ਤਾਂ ਹੋ ਸਕਦਾ ਨਿਆਣਾ ਉਸ ਚੀਜ਼ ਨੂੰ ਗਲਤ ਤਰੀਕੇ ਨਾਲ ਵੀ ਲੈ ਜਾਵੇ, ਹੈ ਨਾ, ਵੀ ਤੁਸੀਂ ਮੈਨੂੰ ਰੋਕ ਟੋਕ ਰਹੇ ਹੋ। ਉਹੀ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਉਹਦੇ ਨਾਲ ਸ਼ੁਰੂ ਤੋਂ ਹੀ ਡਿਵੈਲਪ ਕਰਨੀਆਂ ਸ਼ੁਰੂ ਕਰ ਦਿਓ ਕਿ 15 ਸਾਲ ਦੀ ਉਮਰ 'ਚ ਜਾ ਕੇ ਤੁਹਾਡੀ ਕੁੜੀ ਨੂੰ ਜਾਂ ਤੁਹਾਡੇ ਮੁੰਡੇ ਨੂੰ ਇਹ ਨਾ ਲੱਗੇ ਵੀ ਇੱਕਦਮ ਅਚਾਨਕ ਮੇਰੇ ਮਾਂ-ਬਾਪ ਮੇਰੇ ਕੱਪੜਿਆਂ 'ਤੇ, ਮੇਰੇ ਖਾਣ ਪੀਣ 'ਤੇ, ਮੇਰੇ ਬਾਹਰ ਅੰਦਰ ਜਾਣ 'ਤੇ ਧਿਆਨ ਕਿਉਂ ਦੇਣ ਲੱਗੇ, ਹੈ ਨਾ। ਸੋ ਮੈਨੂੰ ਲੱਗਦਾ ਕਿ ਆਪਾਂ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਹੈਗੀਆਂ,
ਆਪਾਂ ਵੀ ਉਹਨਾਂ ਲੋਕਾਂ ਤੋਂ ਸਿੱਖਦੇ ਹਾਂ ਤੇ ਸਿੱਖ ਕੇ ਆਪਾਂ ਚਾਹੁੰਦੇ ਹੁੰਦੇ ਕਿ ਇਹ ਚੀਜ਼ ਯਾਰ ਅੱਗੇ ਵੀ ਜਾਣੀ ਚਾਹੀਦੀ ਆ, ਹੈ ਨਾ। ਹੋ ਸਕਦਾ ਹੈ ਕਿ ਹੁਣ ਤੱਕ ਬੰਦਾ ਦੂਜੀ ਲੋਟ ਸੋਚ ਰਿਹਾ ਸੀਗਾ, ਪਰ ਇਹਨਾਂ ਚੀਜ਼ਾਂ ਨੂੰ ਸੁਣ ਕੇ ਉਹ ਦੂਸਰੇ ਨਜ਼ਰੀਏ ਤੋਂ ਉਹਨਾਂ ਨੂੰ ਸੋਚਣਾ ਸ਼ੁਰੂ ਕਰ ਦੇਵੇ, ਹੈ ਨਾ। ਕਈ ਵਾਰ ਨਿਆਣੇ ਵੀ ਸਮਝ ਲੈਂਦੇ ਕਿ ਹਰ ਚੀਜ਼ ਤੇ ਝਿੜਕਿਆ ਹੀ ਜਾ ਰਿਹਾ, ਪਰ ਹਾਂ ਫਿਕਰਾਂ ਵੀ ਹੁੰਦੀਆਂ ਨੇ ਉਹਨਾਂ ਚੀਜ਼ਾਂ 'ਚ, ਹੈ ਨਾ। ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਜੇ ਹੁਣ ਤੁਸੀਂ 30-35 ਸਾਲ ਦੇ ਹੋ ਗਏ, ਮਾਂ ਪਿਓ ਬਣ ਗਏ, ਤਾਂ ਹੁਣ ਸਿਆਣੇ ਸਿਰਫ ਤੁਸੀਂ ਹੋ। ਕਈ ਵਾਰ ਤੁਹਾਡੇ ਨਿਆਣੇ ਇੰਨੀ ਸਿਆਣਪ ਵਾਲੀ ਗੱਲ ਕਰਦੇ, ਤੁਸੀਂ ਹੈਰਾਨ ਰਹਿ ਜਾਂਦੇ ਹੋ। ਮੈਨੂੰ ਇੱਕ ਦਿਨ ਗੁਰਨੂਰ ਨੇ ਇੱਕ ਚੀਜ਼ ਸਮਝਾਈ ਇਸ ਉਮਰ 'ਚ। ਉਹਨੇ ਮੈਨੂੰ ਕਿਹਾ ਕਿ ਮੈਂ ਮਤਲਬ ਕਿਸੇ ਗੱਲ ਤੇ ਗੱਲ ਕਰ ਰਹੀ ਸੀ, ਉਹ ਕਹਿੰਦੀ ਮੰਮਾ ਹਰ ਚੀਜ਼ ਸੈਲਫ ਰਿਸਪੈਕਟ ਨਹੀਂ ਹੁੰਦੀ, ਪਰਿਵਾਰ ਦੇ ਵਿੱਚ ਬਹੁਤ ਸਾਰੇ ਕੰਪਰੋਮਾਈਜ਼ ਕਰਨੇ ਪੈਂਦੇ ਆ, ਹਨਾ। ਤੇ ਮੈਨੂੰ ਲੱਗਿਆ ਕਿ ਇਹ ਗੱਲ ਤਾਂ ਮੈਂ ਆਪਦੇ ਨਿਆਣੇ ਨੂੰ ਕਦੇ ਸਿਖਾਈ ਹੋਈ ਨਹੀਂ ਵੀ ਤੂੰ ਕਦੀ ਜ਼ਿੰਦਗੀ 'ਚ ਜਾ ਕੇ ਕੰਪਰੋਮਾਈਜ਼ ਕਰੀ, ਹੈ ਨਾ। ਤੇ ਉਹਨੇ ਸਿੱਖ ਲਿਆ ਕਿ ਜੇ ਅਸੀਂ ਪਰਿਵਾਰ 'ਚ ਰਹਿੰਦੇ ਹਾਂ ਸਾਨੂੰ ਇੱਕ ਦੂਜੇ ਦੀ ਸੁਣਨੀ ਪੈਂਦੀ ਆ। ਤੇ ਮੈਂ ਕਦੀ ਉਹਨੂੰ ਨਹੀਂ ਕਿਹਾ ਵੀ ਤੂੰ ਘਰੇ ਆਹ ਡਰੈਸ ਪਾਈ ਹੋਈ ਆ ਬਾਹਰ ਜਾ ਕੇ। ਮੈਂ ਉਹਨੂੰ ਆਪ ਦੇਖਦੀ ਹਾਂ ਕਿ ਜਦੋਂ ਸ਼ਾਮ ਨੂੰ ਕਿਤੇ ਜਾਂਦੀ ਆ ਜਾਂ ਕੋਈ ਉਹਨੇ ਕਿਤਾਬ ਲੈਣ ਜਾਣਾ ਜਾਂ ਬਾਹਰ, ਉਹਦੇ ਕੱਪੜੇ ਬਦਲੇ ਹੁੰਦੇ ਆ। ਜੇ ਉਹਨੇ ਘਰੇ ਸ਼ਾਰਟਸ ਪਾਏ ਉਹਨੇ ਜਦ ਹੀ ਬਦਲ ਲੈਣੇ, ਹੈ ਨਾ। ਤੇ ਜੇ ਤੁਹਾਡਾ ਨਿਆਣਾ ਇੰਨੀ ਕੁ ਸਮਝਦਾਰੀ ਦਿਖਾ ਰਿਹਾ, ਮੈਨੂੰ ਲੱਗਦਾ ਕੱਲ ਨੂੰ ਜ਼ਿੰਦਗੀ 'ਚ ਉਹ ਤੋਂ ਕੋਈ ਗਲਤੀ ਵੀ ਹੋ ਜਾਏ ਤਾਂ ਉਹਦੇ ਨਾਲ ਕੋਈ ਤੂਫਾਨ ਨਹੀਂ ਆ ਚੱਲਿਆ, ਹੈ ਨਾ। ਤੁਹਾਨੂੰ ਉੱਥੇ ਵੀ ਟਰੰਮੇ ਨਾਲ ਹੀ ਕੰਮ ਲੈਣਾ ਚਾਹੀਦਾ। ਬਿਲਕੁਲ ਸਹੀ ਗੱਲ ਆ। ਪ੍ਰੋਗਰਾਮ ਆਪਾਂ ਹਮੇਸ਼ਾ ਹੀ ਲੰਬਾ ਕਰ ਲੈਂਦੇ ਹੁੰਦੇ ਆ। ਤੇ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਆਪਣੇ ਤਜਰਬੇ ਤੋਂ ਜਾਂ ਆਪਣੀ ਸਮਝ ਤੋਂ ਜਾਂ ਆਲੇ ਦੁਆਲੇ ਜੋ ਸਾਨੂੰ ਸਿੱਖਣ ਨੂੰ ਮਿਲਦਾ ਆ, ਉਸ ਬੇਸਿਸ 'ਤੇ ਅਸੀਂ ਗੱਲਾਂ ਬਾਤਾਂ ਕਰ ਸਕੇ ਹਾਂ। ਤਾਂ ਹੋ ਸਕਦਾ ਹੈ ਕਿ ਸਾਡੇ ਨਾਲੋਂ ਜ਼ਿਆਦਾ ਵਧੀਆ ਰਾਏ ਤੁਸੀਂ ਰੱਖਦੇ ਹੋਵੋ, ਤੁਹਾਨੂੰ ਇਸ ਚੀਜ਼ 'ਤੇ ਬਿਹਤਰ ਸਮਝ ਹੋਵੇ ਕਿ ਹਾਂ ਨਿਆਣਿਆਂ ਅਤੇ ਮਾਂ-ਬਾਪ ਦੇ ਵਿੱਚ ਕਿਹੋ ਜਿਹਾ ਤਾਲਮੇਲ ਜਾਂ ਕਿਹੋ ਜਿਹੀ ਗੱਲਬਾਤ ਹੋਣੀ ਚਾਹੀਦੀ ਆ। ਹਮੇਸ਼ਾ ਤੁਸੀਂ ਲਿਖਦੇ ਹੁੰਦੇ YouTube ਕਮੈਂਟ ਸੈਕਸ਼ਨ 'ਚ ਜਾਂ ਫੇਸਬੁੱਕ ਦੇ ਉੱਪਰ ਜਾ ਕੇ, ਅਤੇ ਇਸ ਵਾਰ ਵੀ ਸਾਨੂੰ ਉਡੀਕ ਰਹੇਗੀ ਕਿ ਤੁਸੀਂ ਇਸ ਵਿਸ਼ੇ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਸਾਨੂੰ ਕਿਵੇਂ ਆਪਣੇ ਨਿਆਣਿਆਂ ਦੇ ਨਾਲ ਜਾਂ ਨਿਆਣਿਆਂ ਨੂੰ ਕਿਹੋ ਜਿਹੀ ਗੱਲਬਾਤ ਮਾਂ-ਬਾਪ ਦੇ ਨਾਲ ਕਰਨੀ ਚਾਹੀਦੀ ਆ। ਤੇ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਹਾਂ, ਜਿਹੜਾ ਕਿ ਚਿੱਠੀਆਂ ਵਾਲਾ ਪ੍ਰੋਗਰਾਮ ਹੋਊਗਾ। ਤੁਸੀਂ ਸਾਨੂੰ ਚਿੱਠੀਆਂ ਲਿਖ ਕੇ ਭੇਜ ਸਕਦੇ ਹੋ, ਅਤੇ ਜਿਸ ਇਨਸਾਨ ਨੂੰ ਤੁਸੀਂ ਚਿੱਠੀ ਲਿਖੀ ਹੋਊਗੀ ਸਾਡੇ 'ਚੋਂ ਕਿਸੇ 'ਚੋਂ ਵੀ, ਤਾਂ ਉਹ ਕੈਮਰੇ ਤੇ ਬੈਠ ਕੇ ਉਸ ਚਿੱਠੀ ਨੂੰ ਪੜ੍ਹੇਗਾ ਵੀ ਅਤੇ ਤੁਹਾਡਾ ਜਵਾਬ ਵੀ ਦੇਵੇਗਾ। ਇਹਦੇ ਬਾਰੇ ਆਪਾਂ ਬਾਕੀ ਜਾਣਕਾਰੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜਾਂ ਵੀ ਸੋਸ਼ਲ ਤੇ ਪੇਜ 'ਤੇ ਤੁਸੀਂ ਦੇਖੋਗੇ, ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ। ਅੱਜ ਦੇ ਇਸ ਐਪੀਸੋਡ 'ਚ ਇੰਨਾ ਹੀ। ਮੈਨੂੰ, ਗੁਰਦੀਪ ਨੂੰ, ਭੈਣ ਰੁਪਿੰਦਰ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।